ਜੀ ਦੋਹਰਾ ਪੂਰਨ ਭੇ ਨਵਮਾਸ ਜਬ ਉਪਜਿਓ ਸੁਤ ਬੜ ਭਾਗ। ਸਮਾਂ ਆਪਣੀ ਚਾਲ ਦੇ ਨਾਲ ਚੱਲਦਾ ਗਿਆ। ਦੋਨੋਂ ਪਤੀ ਪਤਨੀ ਭਾਈ ਸਾਧੂ ਤੇ ਭਾਈ ਸਾਧੂ ਦੀ ਘਰ ਵਾਲੀ ਗੁਰੂ ਜਪਦੇ ਨੇ, ਗ੍ਰਸਤੀ ਜੀਵਨ ਬਤੀਤ ਕਰਦੇ ਨੇ। ਸਮਾਂ ਪਾ ਕਰਕੇ ਭਾਈ ਸਾਧੂ ਦੀ ਘਰ ਵਾਲੀ ਨੇ ਗਰਭ ਧਾਰਨ ਕੀਤਾ ਹੈ। ਜਦੋਂ 9 ਮਾਸ 9 ਮਹੀਨੇ ਬੀਤ ਜਾਣਾ ਕੀਤੇ ਤੇ ਵੱਡਿਆਂ ਭਾਗਾਂ ਵਾਲਾ ਪੁੱਤਰ ਇਹਨਾਂ ਦੇ ਘਰ ਵਿੱਚ ਪੈਦਾ ਹੋਇਆ। ਸੁੰਦਰ ਬਦਨ ਸੁਹਾਏ ਪਿਖ ਨਰ ਨਾਰੀ ਅਨੁਰਾਗ। ਇਹਦਾ ਮੁਖੜਾ ਬਹੁਤ ਸੁੰਦਰ ਸੋਭਾ ਵਾਲਾ ਹੈ। ਇਸਤਰੀਆਂ ਤੇ ਪੁਰਖ ਦੇਖ ਕਰਕੇ ਬੜਾ ਪ੍ਰੇਮ ਕਰਦੇ ਹਨ। ਚੌਪਈ ਭਇਓ ਬਰਖ ਦਿਨ ਕੋ ਜਬ ਬਾਲਕ। ਜਦੋਂ ਇਹ ਬਾਲਕ 1 ਸਾਲ ਦਾ ਹੋ ਜਾਣਾ ਕੀਤਾ ਲੈ ਗੁਰ ਢਿਗ ਪਹੁੰਚੇ ਤਤਕਾਲਕ। ਤਤਕਾਲ ਇਹ ਗੁਰੂ ਮਾਲਕ ਦੇ ਪਾਸ ਲੈ ਕੇ ਪਹੁੰਚਣਾ ਕੀਤੇ। ਹਰ ਗੋਬਿੰਦ ਹੁਤੇ ਸੁਦਾਸਰ। ਤੇ ਜਦੋਂ ਇਹ ਬਾਲਕ ਲੈ ਕਰਕੇ ਗੁਰੂ ਦੇ ਚਰਨਾਂ ਵਿੱਚ ਆਏ ਸੀ ਨਾ, ਉਦੋਂ ਗੁਰੂ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਸਾਹਿਬ ਸਨ। ਸਾਧੂ ਕੀ ਇਸ਼ਨਾਨ ਅਗਨ ਹਰ। ਤੇ ਭਾਈ ਸਾਧੂ ਨੇ ਪਾਪਾਂ ਦੇ ਨਾਸ ਕਰਨ ਵਾਲੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ। ਜਥਾ ਸ਼ਕਤ ਧਰ ਭੇਟ ਅਗਾਰੀ। ਉਸ ਤੋਂ ਬਾਅਦ ਜਥਾ ਸ਼ਬਦ ਭੇਟਾ ਗੁਰੂ ਮਾਲਕ ਦੇ ਅੱਗੇ ਰੱਖ ਕਰਕੇ ਹੱਥ ਜੋੜ ਕਰ ਬੰਧਨ ਧਾਰੀ। ਹੱਥ ਜੋੜ ਕੇ ਨਮਸਕਾਰ ਕਰਨਾ ਕੀਤੇ। ਬਾਨੀ ਬਿਨਤੀ ਸਹਿਤ ਉਚਾਰੀ। ਤੇ ਬੇਨਤੀ ਦੇ ਸਹਿਤ ਕਹਿਣਾ ਕੀਤਾ, ਤੁਮ ਕਿਰਪਾਲ ਹਵੇ ਕੋ ਮਤ ਬਿਦਾਰੀ। ਕਿ ਤੁਸੀਂ ਕਿਰਪਾਲੂ ਹੋ ਕਰਕੇ ਸਾਡੀ ਭੈੜੀ ਮਤ ਨੂੰ ਦੂਰ ਕਰਨਾ ਕੀਤਾ। ਰਾਵਰ ਕੀ ਬਖਸ਼ੀ ਦਾਤ। ਸੱਚੇ ਪਾਤਸ਼ਾਹ ਮਹਾਰਾਜ ਆ ਪੁੱਤਰ ਤੁਹਾਡੀ ਬਖਸ਼ੀ ਹੋਈ ਦਾਤ ਹੈ। ਸੁੰਦਰ ਭਾਗਵਾਨ ਭਾਤਾਤ। ਬਹੁਤ ਸੁੰਦਰ ਭਾਗਾਂ ਵਾਲਾ ਪੁੱਤਰ ਪ੍ਰਾਪਤ ਹੋਇਆ ਹੈ। ਨਾਮ ਆਪ ਹੀ ਰਾਖਣ ਕਰੀਏ। ਕਿਰਪਾ ਕਰੋ, ਰਹਿਮਤ ਕਰੋ, ਆਪ ਹੀ ਪੁੱਤਰ ਦਾ ਨਾਮ ਰੱਖਣਾ ਕਰੋ। ਹੋਏ ਸਿੱਖ ਤੁਮਰੋ ਬਾਕਿ ਉਚਰੀਏ। ਤੇ ਕਿਰਪਾ ਕਰੋ, ਇਹ ਵੀ ਰਹਿਮਤ ਦਿਓ ਕਿ ਇਹ ਵੀ ਤੁਹਾਡਾ ਸਿੱਖ ਹੋਵੇ। ਸੱਚੇ ਪਾਤਸ਼ਾਹ ਮਹਾਰਾਜ ਇਹਨੂੰ ਵੀ ਸਿੱਖੀ ਦੀ ਦਾਤ ਪ੍ਰਾਪਤ ਹੋਣਾ ਕਰੇ। ਸ੍ਰੀ ਗੁਰ ਪਿਖਿਓ ਰੂਪ ਅਬਰਾਮੋ। ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਬਹੁਤ ਸੁੰਦਰ ਰੂਪ ਰੂਪ ਚੰਦ ਧਰ ਜਾਂ ਤੇ ਨਾਮੋ। ਜਿਸ ਕਰਕੇ ਗੁਰੂ ਮਾਲਕ ਨੇ ਸਹਿਜ ਸੁਭਾਵਕ ਕਿਹਾ, ਕਹਿਣ ਲੱਗੇ ਵੀ ਇਹ ਤੇ ਰੂਪ ਚੰਦ ਹੈ। ਸੋਹਣਾ ਬੜਾ ਸੀ ਜੀ, ਰੂਪ ਬੜਾ ਸੀ। ਤੇ ਸਤਿਗੁਰੂ ਕਹਿੰਦੇ ਇਹ ਤੇ ਰੂਪ ਚੰਦ ਹੈ। ਭਾਈ ਰੂਪਾ ਇਹ ਬਿਦਤਾਏ। ਕਹਿਣ ਲੱਗੇ ਭਾਈ ਰੂਪਾ ਕਰਕੇ ਪ੍ਰਸਿੱਧ ਹੋਵੇਗਾ। ਗੁਰ ਸਿੱਖੀ ਧਰ ਹੈ ਅਦਕਾਏ। ਇਹ ਮਹਾਨ ਗੁਰੂ ਕੀ ਸਿੱਖੀ ਧਾਰਨ ਕਰੇਗਾ। ਸੁਣ ਗੁਰ ਬਰ ਦੰਪਤ ਹਰ ਖਾਏ। ਗੁਰੂ ਮਾਲਕ ਦੇ ਐਸੇ ਬਚਨ ਸੁਣ ਕੇ ਦੋਨੋਂ ਪਤੀ ਪਤਨੀ ਬੜੇ ਹੀ ਪ੍ਰਸੰਨ ਹੋਣਾ ਕੀਤੇ। ਕੇਤਕ ਦਿਨ ਗੁਰ ਨਿਕਟ ਬਤਾਏ। ਕੁਝ ਦਿਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਬਤੀਤ ਕੀਤੇ। ਉਹਨੇ ਆਗਿਆ ਲੈ ਘਰ ਘਰ ਆਏ। ਗੁਰੂ ਮਾਲਕ ਦੇ ਕੋਲੋਂ ਆਗਿਆ ਲੈ ਕਰਕੇ ਵਾਪਸ ਘਰ ਪਰਤੇ ਹਨ। ਸਤਿਗੁਰ ਕੋ ਸਿਮਰਤ ਸੁਖ ਪਾਏ। ਤੇ ਮਹਾਨ ਸਤਿਗੁਰੂ ਜੀ ਨੂੰ ਸਿਮਰਦਿਆਂ ਹੋਇਆਂ ਆਤਮਿਕ ਸੁਖ ਪਾ ਰਹੇ ਹਨ। ਖਟ ਮਾਸ ਕਬ ਬਰਖ ਬਤਾਵੇ। ਕਦੀ 6 ਮਹੀਨੇ ਤੇ ਕਦੀ ਸਾਲ ਬਤੀਤ ਕਰਕੇ ਧਰਹਿ ਭਾਉ ਗੁਰ ਦਰਸ਼ਨ ਜਾਵੇ। ਬੜਾ ਪ੍ਰੇਮ ਧਾਰਨ ਕਰਕੇ ਗੁਰੂ ਕੇ ਦਰਸ਼ਨਾਂ ਵਾਸਤੇ ਜਾਂਦੇ। ਜਥਾ ਸ਼ਕਤ ਪਟ ਦਰਬ ਚੜਾਵੇ। ਤੇ ਜਥਾ ਜੋਗ ਵਸਤਰ ਧਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਭੇਟਾ ਕਰਦੇ। ਲੈ ਆਏ ਸਪੁਨ ਨਿਜ ਘਰ ਆਵੇ। ਫਿਰ ਗੁਰੂ ਕੀ ਆਗਿਆ ਲੈ ਕਰਕੇ ਵਾਪਸ ਆਉਂਦੇ। ਪਾਰ ਪੁੱਤਰ ਕੋ ਕੀਨ ਵਡੇਰਾ। ਇਵੇਂ ਭਾਈ ਸਾਧੂ ਹੋਣਾ ਨੇ ਆਪਣੇ ਪੁੱਤਰ ਨੂੰ ਪਾਲ ਕੇ ਵਡੇਰਾ ਕੀਤਾ। ਸਿੱਖੀ ਮੈਂ ਚਿਤ ਜਾਹੇ ਕਨੇਰਾ। ਜਿਹਦੇ ਚਿੱਤ ਦੇ ਅੰਦਰ ਬੜਾ ਭਾਰੀ ਸਿੱਖੀ ਦੀ ਭਾਵਨਾ ਹੈ, ਚਿੱਤ ਦੇ ਵਿੱਚ ਸਿੱਖੀ ਧਾਰਨ ਕਰ ਲਈ। ਪਿਤ ਸੁਤ ਸਿੱਖੀ ਅਦਕ ਕੰਬਾਈ। ਤੇ ਇਸ ਪਿਤਾ ਨੇ ਵੀ ਤੇ ਪੁੱਤਰ ਨੇ ਵੀ, ਭਾਈ ਸਾਧੂ ਨੇ ਵੀ ਤੇ ਭਾਈ ਰੂਪੇ ਨੇ ਵੀ ਬੜੀ ਭਾਰੀ ਸਿੱਖੀ ਕਮਾਉਣਾ ਕੀਤੀ। ਜਥਾ ਹੁਤੀ ਬਹੁ ਆਕੁਲ ਜਾਈ। ਕਹਿੰਦੇ ਜਿਵੇਂ ਆਕੁਲ ਦੀ ਪੁੱਤਰੀ ਸਿੱਖੀ ਕਮਾਈ ਦੇ ਵਿੱਚ ਵਧੀ ਹੋਈ ਸੀ ਨਾ ਜੀ, ਉਸੇ ਤਰ੍ਹਾਂ ਭਾਈ ਆਕੁਲ ਦੀ ਧੀ ਨੇ ਇਸ ਘਰ ਦੇ ਵਿੱਚ ਵੀ ਮਹਾਨ ਸਿੱਖੀ ਵਰਤਾ ਦਿੱਤੀ। ਭਾਵ ਕਿ ਜਿਵੇਂ ਅਸੀਂ ਸਮਾਜਿਕ ਤਲ ਤੇ ਇਹ ਗੱਲ ਕਹਿੰਦੇ ਆ ਨਾ ਵੀ ਬੱਚੀ ਪੜ੍ਹੀ ਲਿਖੀ ਹੋਵੇ ਤੇ 2 ਪਰਿਵਾਰਾਂ ਨੂੰ ਮਹਾਨ ਭਾਗ ਲਾ ਦਿੰਦੀ ਹੈ। ਤੇ ਜੇਕਰ ਨਾਲ ਸਿੱਖੀ ਵਾਲਾ ਜੀਵਨ ਹੋਵੇ, ਸ਼ੁਭ ਗੁਣਾਂ ਵਾਲਾ ਜੀਵਨ ਹੋਵੇ, ਤੇ ਦੋਨਾਂ ਘਰਾਂ ਦੇ ਵਿੱਚ ਸਿੱਖੀ ਵੀ ਪ੍ਰਫੁੱਲਤ ਕਰ ਦਿੰਦੀ ਹੈ। ਜਿਵੇਂ ਬੀਬੀ ਅਮਰੋ ਜੀ ਦਾ ਜੀਵਨ, ਗੁਰੂ ਅੰਗਦ ਸਾਹਿਬ ਜੀ ਦੀ ਸੁਪੁੱਤਰੀ
ਜਿੱਥੇ ਗੁਰੂ ਘਰ ਦੇ ਵਿੱਚ ਰਹਿ ਕਰਕੇ ਮਹਾਨ ਬਖਸ਼ਿਸ਼ਾਂ ਦਾਤਾਂ ਪ੍ਰਾਪਤ ਕੀਤੀਆਂ, ਉੱਥੇ ਸਸੁਰਾਲ ਘਰ ਦੇ ਵਿੱਚ ਵੀ ਜਾ ਕੇ ਨਾਮ ਬਾਣੀ ਨਾਲ ਜੁੜੀ ਰਹੀ। ਤੇ ਬਾਬਾ ਅਮਰਦਾਸ ਜੀ ਬੀਬੀ ਅਮਰੋ ਜੀ ਦੇ ਕੋਲੋਂ ਬਾਣੀ ਸੁਣ ਕੇ ਗੁਰੂ ਘਰ ਦੇ ਵਿੱਚ ਆਏ, ਗੁਰੂ ਦੀ ਸ਼ਰਨ ਵਿੱਚ ਆਏ। ਇਸੇ ਤਰ੍ਹਾਂ ਦੇ ਨਾਲ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੁਪੁੱਤਰੀ ਬੀਬੀ ਭਾਨੀ ਜੀ, ਵੱਡਿਆਂ ਭਾਗਾਂ ਵਾਲੀ। ਐਸੀਆਂ ਮਹਾਨ ਬੱਚੀਆਂ, ਐਸੀਆਂ ਮਹਾਨ ਗੁਰੂ ਘਰ ਦੇ ਵਿੱਚ ਸਿੱਖਣੀਆਂ, ਜਿਨ੍ਹਾਂ ਨੇ ਆਪ ਵੀ ਸਿੱਖੀ ਕਮਾਈ, ਤੇ ਉਹ ਸਸੁਰਾਲ ਘਰ ਵਿੱਚ ਵੀ ਜਾ ਕਰਕੇ ਉਹਨਾਂ ਨੇ ਸਿੱਖੀ ਜਿਹੜੀ ਸੀ ਉੱਥੇ ਵੀ ਵਰਤਾ ਦਿੱਤੀ। ਭਾਈ ਆਕੁਲ ਦੀ ਧੀ ਦੇ ਜੀਵਨ ਵਿੱਚ ਸਿੱਖੀ, ਗੁਰੂ ਮਾਲਕ ਦਾ ਉਪਦੇਸ਼ ਧਾਰਿਆ ਹੋਇਆ, ਗੁਰੂ ਜਪਦੀ ਹੈ, ਤੇ ਤਿਸ ਦੇ ਜੀਵਨ ਦੇ ਸਦਕਾ ਗੁਰੂ ਮਾਲਕ ਨੇ ਇਹਦੇ ਸਸੁਰਾਲ ਘਰ ਦੇ ਵਿੱਚ ਵੀ ਸਿੱਖੀ ਦਿੱਤੀ। ਇਹਦਾ ਪਤੀ ਸਿੱਖ ਹੋਇਆ, ਅੱਗੋਂ ਇਹਦਾ ਪੁੱਤਰ ਵੀ ਜਿਹੜਾ ਸਿੱਖੀ ਵਾਲਾ, ਇਹਨੇ ਬੜੀ ਸੁੰਦਰ ਪ੍ਰਤਪਾਲਣਾ ਕੀਤੀ ਹੈ। ਜਿੱਥੇ ਪੁੱਤਰ ਦੀ ਪਾਲਣਾ ਕਰ ਰਹੇ ਨੇ, ਉੱਥੇ ਮਹਾਨ ਗੁਰੂ ਘਰ ਦੇ ਗੁਣ, ਗੁਰੂ ਘਰ ਦੀਆਂ ਵਡਿਆਈਆਂ, ਸਿੱਖੀ ਦਾ ਮਹਾਨ ਉਪਦੇਸ਼ ਆਪਣੇ ਪੁੱਤਰ ਨੂੰ ਦ੍ਰਿੜ ਕਰਾਉਂਦੇ ਹਨ। ਉਹਨਾਂ ਰੂਪਾ ਨਿਜ ਕਿਰਤ ਕੋ ਲਾਗੇ। ਫਿਰ ਇਸੇ ਤਰ੍ਹਾਂ ਦੇ ਨਾਲ ਭਾਈ ਰੂਪਾ ਵੀ ਆਪਣੇ ਪਿਤਾ ਦੇ ਨਾਲ ਕਿਰਤ ਦੇ ਵਿੱਚ ਲੱਗਣਾ ਕੀਤਾ। ਜਥਾ ਕਰਤ ਆਪਣੇ ਬਿਰਦ ਆਗੇ। ਜਿਵੇਂ ਇਹਨਾਂ ਦੇ ਵਡੇਰੇ ਕਰਦੇ ਸਨ, ਉਸੇ ਤਰ੍ਹਾਂ ਇਹ ਕਿਰਤ ਕਰਦੇ। ਪਿਤਾ ਪੁੱਤਰ ਜੁਗ ਕਰੇ ਕਮਾਈ। ਦੋਨੋਂ ਪਿਤਾ ਤੇ ਪੁੱਤਰ ਮਿਲ ਕਰਕੇ ਕਮਾਈ ਕਰਦੇ। ਸਦਾ ਰਹੇ ਸਤਿਗੁਰ ਸਰਣਾਈ। ਤੇ ਸਦਾ ਗੁਰੂ ਦੀ ਸ਼ਰਨ ਵਿੱਚ ਰਹਿੰਦੇ, ਭਾਵ ਗੁਰੂ ਜਪਦੇ ਹਨ। ਮਾਤ ਪਿਤਾ ਸਿੱਖ ਹੁਤੇ ਅਗਾਰੇ। ਮਾਤਾ ਤੇ ਪਿਤਾ ਅੱਗੇ ਹੀ ਸਿੱਖ ਸਨ। ਪੁੱਤਰ ਭਇਓ ਪ੍ਰੇਮੀ ਤਬ ਭਾਰੀ। ਤੇ ਅੱਗੋਂ ਪੁੱਤਰ ਭਾਈ ਰੂਪਾ ਹੋਰ ਵੀ ਗੁਰੂ ਕਾ ਪ੍ਰੇਮੀ ਹੋਇਆ। ਲਖੇ ਗੁਰੂ ਪਰਮੇਸ਼ਰ ਰੂਪ। ਤੇ ਗੁਰੂ ਮਾਲਕ ਨੂੰ ਪਰਮੇਸ਼ਰ ਰੂਪ ਕਰਕੇ ਜਾਣਦਾ ਹੈ। ਸਦਾ ਆਰਾਧੇ ਹਿਰਦੇ ਅਨੂਪ। ਤੇ ਸਦਾ ਹੀ ਹਿਰਦੇ ਦੇ ਅੰਦਰ ਉਪਮਾ ਤੋਂ ਰਹਿਤ ਸਤਿਗੁਰੂ ਜੀ ਨੂੰ ਆਰਾਧਦਾ ਹੈ। ਗੁਰੂ ਡਰੌਲੀ ਮੈਂ ਚੱਲ ਆਏ। ਜਦੋਂ ਗੁਰੂ ਪਾਤਸ਼ਾਹ ਮਹਾਰਾਜ ਡਰੋਲੀ ਨਗਰ ਦੇ ਵਿੱਚ ਆਏ ਸਨ, ਜਿਹੜਾ ਪ੍ਰਸੰਗ ਅਸੀਂ ਪੜ੍ਹ ਰਹੇ ਹਾਂ ਕਿ ਗੁਰੂ ਨੇ ਡਰੋਲੀ ਨਗਰ ਦੇ ਵਿੱਚ ਉਤਾਰਾ ਕੀਤਾ। ਜਦੋਂ ਗੁਰੂ ਪਾਤਸ਼ਾਹ ਮਹਾਰਾਜ ਡਰੋਲੀ ਨਗਰ ਵਿੱਚ ਆਏ ਸਨ, ਸੁਣ ਮਨ ਵਿਖੇ ਅਦਕ ਹੁਲਸਾਏ। ਤੇ ਮਨ ਅੰਦਰੇ ਸੁਣ ਕਰਕੇ ਨਾ ਗੁਰੂ ਮਾਲਕ ਦੇ ਆਗਮਨ ਨੂੰ ਬੜਾ ਹੀ ਚਾਉ ਬਣਨਾ ਕੀਤਾ। ਦਰਸ਼ਨ ਦਿਵਸ ਵਸੋਏ ਕਰਿਓ। ਤੇ ਵਿਸਾਖੀ ਦਾ ਪਰਬ ਗੁਰੂ ਮਾਲਕ ਨੇ ਜਿਹੜਾ ਮਨਾਇਆ, ਇਸ ਵਿਸਾਖੀ ਦੇ ਪਰਬ ਤੇ ਆਪਣੇ ਮਾਤਾ ਪਿਤਾ ਦੇ ਨਾਲ ਭਾਈ ਰੂਪੇ ਨੇ ਗੁਰੂ ਮਾਲਕ ਦੇ ਚਰਨਾਂ ਵਿੱਚ ਆਉਣਾ ਕੀਤਾ। ਨਿਤ ਪ੍ਰਤ ਪ੍ਰੇਮ ਹੋਤੇ ਉਰ ਹਰਿਓ। ਤੇ ਜਿਹਦੇ ਸਦਕਾ ਪਰ ਨਿਤਾ ਪ੍ਰਤੀ ਹੋਰ ਵੀ ਹਿਰਦੇ ਦੇ ਅੰਦਰ ਪ੍ਰੇਮ ਵਧਣਾ ਕੀਤਾ। ਆਗਿਆ ਲੈ ਨਿਜ ਘਰ ਕੋ ਆਏ। ਆਗਿਆ ਗੁਰੂ ਮਾਲਕ ਦੀ ਲੈ ਕੇ ਘਰ ਆਉਣਾ ਕੀਤੇ। ਗੁਰ ਜਸ ਕਹਿਤ ਸੁਨਤ ਸੁਖ ਪਾਏ। ਗੁਰੂ ਕਾ ਜਸ ਕਹਿੰਦਿਆਂ ਸੁਣਦਿਆਂ ਸੁਖ ਪ੍ਰਾਪਤ ਕੀਤਾ। ਪਿਤਾ ਭੂਤ ਆਪਸ ਮੈਂ ਸਦਾ। ਤੇ ਪਿਤਾ ਤੇ ਪੁੱਤਰ ਭਾਈ ਸਾਧੂ ਤੇ ਭਾਈ ਰੂਪਾ ਆਪਸ ਦੇ ਵਿੱਚ ਗੁਰ ਕੀਰਤ ਭਾਖੇ ਜਦ ਕਦਾ। ਜਦੇ ਕਦੇ ਵੀ ਕਹਿੰਦੇ ਨੇ ਗੁਰੂ ਕੀ ਕੀਰਤੀ ਵਡਿਆਈ ਕਰਦੇ ਹਨ। ਜੇਠ ਮਾਸ ਆਇਓ ਜਿਸ ਕਾਲਾ। ਇਸੇ ਤਰ੍ਹਾਂ ਸਮਾਂ ਆਪਣੇ ਚਾਲ ਦੇ ਨਾਲ ਚੱਲਦਾ ਗਿਆ। ਜੇਠ ਦਾ ਮਹੀਨਾ ਚੱਲ ਰਿਹਾ ਸੀ। ਚੰਡ ਸੂਰ ਤੇ ਘਾਮ ਵਿਸਾਲਾ। ਬੜਾ ਤੇਜ਼ ਸੂਰਜ ਤਪਦਾ ਪਿਆ, ਜਿਹਦੇ ਕਾਰਨ ਕਰਕੇ ਬਹੁਤ ਭਾਰੀ ਗਰਮੀ ਪੈ ਰਹੀ ਸੀ। ਦਸੋਂ ਦਿਸ਼ ਮੈਂ ਤਪਤ ਕਨੇਰੀ। ਦਸਾਂ ਪਾਸਿਆਂ ਦੇ ਵਿੱਚ ਬੜੀ ਭਾਰੀ ਤਪਸ ਬਣੀ ਹੋਈ। ਲੋਆਂ ਚੱਲੇ ਬੇਗ ਤੇ ਸਵੇਰੀ। ਤੇ ਸਮੇਂ ਬੜੇ ਭਾਰੀ ਲੋਆਂ ਚੱਲ ਰਹੀਆਂ ਸਨ। ਆ ਜਿਹੜੇ ਹੁਣ ਦਿਨ ਚੱਲ ਰਹੇ ਜੀ, ਕਿੰਨੀ ਭਾਰੀ ਲੋਆਂ ਚੱਲਦੀਆਂ ਪਈਆਂ। ਇਹ ਮਹਿਸੂਸ ਕਰੋ ਇਸ ਤਰ੍ਹਾਂ ਦਾ ਸਮਾਂ। ਭਾਈ ਰੂਪਾ ਤੇ ਭਾਈ ਸਾਧੂ ਪਿਤਾ ਪੁੱਤਰ ਦੋਨੋਂ ਮਿਲ ਕੇ ਕਮਾਈ ਕਰਦੇ ਨੇ। ਜੇਠ ਦਾ ਮਹੀਨਾ ਹੈ, ਚਾਰ ਚਫੇਰੇ ਲੋਆਂ ਵਗ ਰਹੀਆਂ ਹਨ। ਇੱਕ ਦਿਨ ਪਿਤਾ ਪੂਤ ਜੁਗ ਮਿਲੇ। ਇੱਕ ਦਿਨ ਦੋਨੋਂ ਹੀ ਪਿਤਾ ਤੇ ਪੁੱਤਰ ਮਿਲੇ ਹਨ। ਵਾਢਣ ਕਾਠ ਬਹਿਰ ਕੋ ਚੱਲੇ। ਲੱਕੜਾਂ ਕੱਟਣ ਵਾਸਤੇ ਬਾਹਰ ਚੱਲੇ ਹਨ। ਉਤੇ ਦੂਰ ਸਾਧੂ ਤਬ ਕਹਿਓ। ਤੇ ਸਮੇਂ ਕਿੰਨੀ ਦੂਰ ਸੀ ਤੇ ਭਾਈ ਸਾਧੂ ਨੇ ਕਹਿਣਾ ਕੀਤਾ। ਤਪਤੇ ਅਦਕ ਬਾਹਰ ਹੋਏ ਲਹਿਓ। ਕਹਿਣ ਲੱਗੇ ਕਿ ਪੁੱਤਰ ਜੀ, ਬਾਹਰ ਗਰਮੀ ਬੜੀ ਹੈ ਤੇ ਤਿਸ ਗਰਮੀ ਦੇ ਕਾਰਨ ਇਹ ਸੁਤ ਜਲ ਕੂਨਾ ਭਰ ਲੀਜੈ। ਇਹ ਪੁੱਤਰ ਮਿੱਟੀ ਦੀ ਮੱਟੀ ਜਿਹੜੀ ਹੈ ਨਾ ਕੂਨਾ, ਇਹ ਜਲ ਦੀ ਭਰ ਲੈਣਾ ਕਰ। ਵੈਰ ਤੁਰ ਖਾਤਰ ਹੋਏ ਜਬ ਪੀਜੈ। ਤੇ ਬਾਹਰ ਜਦੋਂ ਪਿਆਸ ਲੱਗੇਗੀ ਤੇ ਪਾਣੀ ਪੀ ਲਵਾਂਗੇ। ਹੁਣ ਗਰਮੀ ਦੇ ਵਿੱਚ ਪਿਆਰਿਓ ਪਿਆਸ ਬੜੀ ਲੱਗਦੀ ਹੈ, ਤੇ ਅਸੀਂ ਕਈ ਵਾਰੀ ਪਾਣੀ ਪੀ ਕੇ ਇੱਥੋਂ ਤੱਕ ਵੀ ਕਈ ਵਾਰੀ ਕਹਿ ਦਿੰਦੇ ਆ, ਪਤਾ ਨਹੀਂ ਅੰਦਰ ਝੋਨਾ ਲੱਗਿਆ ਹੋਇਆ ਲੱਗਦਾ, ਕਿ ਪਤਾ ਨਹੀਂ ਕਿੱਥੇ ਇੰਨਾ ਪਾਣੀ ਪਈ ਜਾਂਦਾ।
ਪਿਆਰਿਓ ਪਾਣੀ ਜਿਹੜਾ ਕਿਧਰੇ ਨਹੀਂ ਜਾਂਦਾ, ਜਦੋਂ ਸਰੀਰ ਤੋਂ ਪਸੀਨਾ ਨਿਕਲਦਾ ਹੈ ਤੇ ਉਹ ਪਾਣੀ ਜਿਹੜਾ ਜ਼ਬਤ ਹੋਈ ਜਾਂਦਾ ਹੈ। ਤੇ ਜਦੋਂ ਸਿਆਲੇ ਦੀ ਰੁੱਤ ਹੁੰਦੀ ਹੈ, ਪਸੀਨਾ ਸਾਡਾ ਇੰਨਾ ਨਿਕਲਦਾ ਨਹੀਂ ਤੇ ਪਿਆਸ ਕਿੱਥੋਂ ਲੱਗਣੀ। ਇਹ ਗਰਮੀ ਹੈ ਤੇ ਗਰਮੀ ਜਿਹੜੀ ਹੈ ਇਹਦੇ ਕਾਰਨ ਕਰਕੇ ਪਿਆਸ ਬਣਦੀ ਹੈ। ਤੇ ਭਾਈ ਸਾਧੂ ਨੇ ਭਾਈ ਰੂਪੇ ਨੂੰ ਆਪਣੇ ਪੁੱਤਰ ਨੂੰ ਕਿਹਾ, ਪੁੱਤਰ ਗਰਮੀ ਬੜੀ ਹੈ, ਜਲ ਨਾਲ ਲੈ ਲਾ, ਤੇ ਜਦੋਂ ਪਿਆਸ ਲੱਗੇਗੀ ਤੇ ਜਲ ਛਕ ਲਵਾਂਗੇ। ਸੁਨ ਰੂਪੇ ਤਬ ਨੀਰ ਨਵੀਨ, ਤੇ ਸਮੇਂ ਭਾਈ ਰੂਪੇ ਨੇ ਸੁਣ ਕਰਕੇ ਨਵਾਂ ਜਲ ਭਰ ਲਿਆ। ਆਸ਼ੀ ਰੀਤ ਪੂਰ ਕਰ ਲੀਨ, ਚੰਗੀ ਰੀਤ ਦੇ ਨਾਲ ਉਹ ਬਰਤਨ ਜਿਹੜਾ ਭਰ ਲੈਣਾ ਕੀਤਾ। ਕੰਦੇ ਧਰ ਕੁਠਾਰ ਕੋ ਚੱਲੇ, ਤੇ ਕੰਧਿਆਂ ਦੇ ਉੱਪਰ ਕੁਹਾੜੇ ਰੱਖ ਕਰਕੇ ਚੱਲੇ ਹਨ। ਜਿਨ ਕੇ ਭਾਗ ਉਦਤ ਹਵੇ ਭਲੇ, ਜਿਨ੍ਹਾਂ ਦੇ ਬਹੁਤ ਸੁੰਦਰ ਉੱਚੇ ਤੇ ਵੱਡੇ ਭਾਗ ਹਨ। ਗਏ ਦੂਰ ਜਲ ਨਿਕਟੇ ਉਠਾਏ, ਜਦੋਂ ਉਸੇ ਤਰ੍ਹਾਂ ਉਹ ਜਲ ਲੈ ਕਰਕੇ ਚੱਲ ਰਹੇ ਨੇ, ਜਾ ਰਹੇ ਨੇ, ਕਿੰਨੀ ਦੂਰ ਚਲੇ ਗਏ। ਵਿਖੇ ਜਾਏ ਕਾਸ਼ਟ ਸਮੁਦਾਏ, ਜਾ ਕੇ ਬੜੀਆਂ ਭਾਰੀ ਲੱਕੜਾਂ ਵੇਖਣਾ ਕੀਤੀਆਂ। ਉਤੋਂ ਜੰਡ ਤਾਰੇ ਇੱਕ ਵਿਸਾਲ, ਬਹੁਤ ਸੁੰਦਰ ਜੰਡ ਦਾ ਦਰਖਤ ਸੀ। ਲਟਕਾਇਓ ਜਲ ਤਿਸਕੇ ਨਾਲ, ਤੇ ਉਹ ਜਲ ਦਾ ਜਿਹੜਾ ਕੂਨਾ ਸੀ ਨਾ ਜੀ, ਮਿੱਟੀ ਦੀ ਮੱਟੀ, ਉਸ ਜੰਡ ਦੇ ਨਾਲ ਲਟਕਾ ਦੇਣਾ ਕੀਤੇ। ਆਪਨ ਕਾਰ ਕੋ ਕਾਠ ਨਿਹਾਰੇ, ਤੇ ਆਪਣੇ ਕਾਰ ਦੇ ਵਿੱਚ ਲੱਗ ਗਏ। ਸੁੰਦਰ ਲੱਕੜਾਂ ਦੇਖ ਕਰਕੇ ਕਾਟਨ ਲਾਗੇ ਹੱਥ ਕੁਠਾਰੇ, ਆਪਣੇ ਹੱਥਾਂ ਦੇ ਵਿੱਚ ਕੁਹਾੜੇ ਲੈ ਕਰਕੇ ਕੱਟਣ ਲੱਗੇ। ਭੋਜਨ ਕਰ ਘਰ ਤੇ ਚਲ ਆਏ, ਹੁਣ ਭੋਜਨ ਕਰਕੇ ਘਰ ਤੋਂ ਚਲੇ ਆਏ ਸਨ। ਤਪਤ ਘਾਮ ਤੇ ਭਏ ਤਿਸਾਏ, ਤੇ ਦੂਜਾ ਜਿਹੜਾ ਸੀ ਉਹ ਗਰਮੀ ਬੜੀ, ਤੇ ਗਰਮੀ ਦੇ ਕਾਰਨ ਤੇ ਘਰ ਦੇ ਵਿੱਚੋਂ ਭੋਜਨ ਛਕ ਕਰਕੇ ਆਉਣ ਦੇ ਕਾਰਨ ਪਿਆਸ ਬਣਨਾ ਕੀਤੇ। ਪਾਨ ਕਰਨ ਜਲ ਕੋ ਚਲ ਗਏ, ਤੇ ਜਦੋਂ ਜਲ ਛਕਣ ਵਾਸਤੇ ਉਹ ਜੰਡ ਦੇ ਹੇਠਾਂ ਆਏ ਜਿੱਥੇ ਜਲ ਟੰਗਿਆ ਸੀ। ਜੰਡ ਤਰੇ ਥਿਰ ਥੋਵਤ ਭਏ, ਤੇ ਜਿਉਂ ਹੀ ਜੰਡ ਦੇ ਪਾਸ ਹੋਣਾ ਕੀਤੇ, ਪਿਤ ਕੋ ਪਿਆਵਨ ਹਿਤੇ ਉਕਸਾਇਓ, ਤੇ ਭਾਈ ਰੂਪਾ ਉੱਠਿਆ ਆਪਣੇ ਪਿਤਾ ਨੂੰ ਪਾਣੀ ਪਿਆਉਣ ਵਾਸਤੇ। ਜਲ ਕੋ ਰੂਪੇ ਹੱਥ ਲਗਾਇਓ, ਤੇ ਜਿਉਂ ਹੀ ਭਾਈ ਰੂਪੇ ਨੇ ਜਲ ਨੂੰ ਹੱਥ ਲਾਉਣਾ ਕੀਤਾ, ਹੱਥ ਸੀਤਲ ਲਟਕਤ ਹੁਸੇ ਹੋਵਾ, ਉਹ ਜੰਡ ਦੇ ਨਾਲ ਲਟਕਦਾ ਹੋਇਆ ਬਰਤਨ ਜਲ ਵਾਲਾ ਬੜਾ ਸੀਤਲ ਹੋਇਆ ਪਿਆ ਸੀ। ਅਦਕ ਤ੍ਰਿਖਾ ਤੇ ਪਿਤ ਬਹੁ ਜੋਵਾ, ਤੇ ਦੂਜੇ ਪਾਸੇ ਦੇਖਿਆ ਵੀ ਪਿਤਾ ਜੀ ਨੂੰ ਪਿਆਸ ਬੜੀ ਲੱਗੀ ਹੈ। ਕਹਿਓ ਤਬੇ ਹੈ ਪਿਤਾ ਸੁਣੀਜੈ, ਤੇ ਨਾਲ ਬੜੇ ਪਿਆਰ ਵਿੱਚ ਕਹਿੰਦੇ, ਪਿਤਾ ਜੀ ਸੁਣ ਨਾ ਕਰੋ। ਅਤ ਸੀਤਲ ਜਲ ਬਿਮਲ ਜਨੀਜੈ, ਕਹਿੰਦੇ ਵੀ ਇਹ ਜਲ ਜਿਹੜਾ ਬੜਾ ਸੀਤਲ ਤੇ ਬੜਾ ਨਿਰਮਲ ਹੈ। ਲੂਮਨ ਲਗਵੇ ਛਾਇਆ ਵਿਖੇ, ਕਹਿੰਦੇ ਛਾਵੇਂ ਲੂੰ ਤੱਤੀ ਤੇ ਖੁਸ਼ਕ ਹਵਾ ਲੱਗਦੀ ਰਹੀ ਆ। ਤੇ ਪਿਤਾ ਜੀ ਇਹ ਖੁਸ਼ਕ ਤੇ ਤੱਤੀ ਹਵਾ ਲੱਗਣ ਦੇ ਕਾਰਨ ਕਰਕੇ ਜਾਂ ਤੇ ਭਇਓ ਨ ਅਸ ਕਬ ਪਿਖੇ, ਤੇ ਇਹੋ ਜਿਹਾ ਜਲ ਕਦੀ ਨਹੀਂ ਵੇਖਿਆ ਵੀ ਇਸ ਤਰ੍ਹਾਂ ਦੇ ਨਾਲ ਇੰਨਾ ਠੰਡਾ ਕਦੀ ਜਲ ਹੋ ਜਾਣਾ ਕਰੇ। ਹਮ ਤੁਮ ਅਹੇ ਮਿਹਨਤੀ ਲੋਗ, ਤੇ ਕਹਿੰਦੇ ਪਿਤਾ ਜੀ ਤੁਸੀਂ ਤੇ ਮੈਂ ਸਾਡੇ ਵਰਗੇ ਮਿਹਨਤੀ ਲੋਕ ਹਨ। ਸ਼ੁਭ ਅਸ ਵਸਤੂ ਕੇ ਨ ਜੋਗ, ਇਹੋ ਜੀ ਸ਼ੁਭ ਵਸਤੂ ਦੇ ਅਸੀਂ ਯੋਗ ਨਹੀਂ ਹਾਂ। ਸਤਿਗੁਰ ਕੀ ਲਾਇਕ ਜਲ ਭਇਓ, ਇੰਨਾ ਇਹ ਠੰਡਾ ਜਲ, ਇੰਨਾ ਠੰਡਾ ਜਲ, ਇਹ ਜਲ ਜਿਹੜਾ ਨਾ ਗੁਰੂ ਦੇ ਛਕਣ ਦੇ ਯੋਗ ਹੈ। ਇਹ ਠੰਡਾ ਜਲ ਗੁਰੂ ਨੂੰ ਛਕਾਉਣਾ ਚਾਹੀਦਾ ਹੈ। ਅਪਰੇ ਉਚਿਤ ਮੈਂ ਨਹਿ ਲਖ ਲਿਓ, ਇਹੋ ਜੇ ਜਲ ਦੇ ਉਚਿਤ ਮੈਂ ਹੋਰ ਕਿਸੇ ਨੂੰ ਨਹੀਂ ਜਾਣਿਆ ਵੀ ਕਿਸੇ ਦੇ ਉਚਿਤ ਹੈ, ਤੇ ਗੁਰੂ ਨੂੰ ਛਕਣਾ ਚਾਹੀਦਾ ਹੈ। ਅਤਿ ਉਤਮ ਜੋ ਸਭ ਜਗ ਨਾਇਕ, ਅਤੀ ਉੱਤਮ ਤੇ ਜਿਹੜੇ ਸਾਰੇ ਜਗਤ ਦੇ ਮਾਲਕ ਹਨ। ਉਤਮ ਵਸਤੂ ਸਕਲ ਤਿਸ ਲਾਇਕ, ਤੇ ਉੱਤਮ ਵਸਤੂਆਂ ਤਿੰਨਾਂ ਦੇ ਲਾਇਕ ਹਨ। ਸਮਤਵੰਤ ਜੇ ਨਰ ਲਖ ਲੇਤ, ਜਿਹੜੇ ਸ੍ਰੇਸ਼ਟ ਮਤ ਵਾਲੇ ਜੀਵ ਨੇ ਉਹ ਜਾਣ ਲੈਂਦੇ ਹਨ। ਉਤਮ ਵਸਤੂ ਗੁਰਨ ਹਿਤ ਦੇਤ, ਤੇ ਉੱਤਮ ਵਸਤੂਆਂ ਜਿਹੜੀਆਂ ਗੁਰੂ ਦੇ ਹਿੱਤ ਦਿੰਦੇ ਹਨ। ਆਪਣੇ ਉਚਿਤ ਜਾਨ ਹਰ ਖਾਵੈ, ਆਪਣੇ ਉਚਿਤ ਸਤਿਗੁਰੂ ਜੀ ਜਾਣ ਜਗ ਸਾਗਰ ਦੇ ਹੱਥ ਤਰਾਵੈ, ਤੇ ਕਹਿੰਦੇ ਪਿਤਾ ਜੀ ਫਿਰ ਸਤਿਗੁਰੂ ਹੱਥ ਦੇ ਕੇ ਨਾ ਭਵਜਲ ਸੰਸਾਰ ਤੋਂ ਤਾਰ ਦਿੰਦੇ ਹਨ। ਸੁਣ ਸਾਧੂ ਨਿਜ ਨੰਦਨ ਬੈਨ, ਭਾਈ ਸਾਧੂ ਨੇ ਆਪਣੇ ਪੁੱਤਰ ਭਾਈ ਰੂਪੇ ਦੇ ਬਚਨ ਸੁਣਨਾ ਕੀਤੇ। ਕਰਤ ਧਿਆਨ ਗੁਰਮੁੰਦਤ ਨੈਣ, ਗੁਰੂ ਮਾਲਕ ਦੇ ਚਰਨਾਂ ਦਾ ਧਿਆਨ ਧਰਿਆ, ਨੇਤਰ ਬੰਦ ਕਰ ਲਏ। ਸਤਿਗੁਰੂ ਤੂੰ ਕਿਹਾ ਸੀ ਕਿ ਤੇਰੇ ਘਰ ਵਿੱਚ ਜਿਹੜਾ ਪੁੱਤਰ ਹੋਣਾ ਉਹ ਬੜਾ ਗੁਰੂ ਕੀ ਸਿੱਖੀ ਦਾ ਪ੍ਰੇਮੀ ਹੋਣਾ, ਬੜੇ ਗੁਰੂ ਪਿਆਰ ਵਾਲਾ ਹੋਣਾ। ਤੇ ਕਹਿੰਦੇ ਮਾਲਕਾ ਇਹਨੇ ਜਲ ਦੇਖਿਆ ਠੰਡਾ, ਤੇ ਤੇਰੇ ਉਚਿਤ ਜਾਣਿਆ ਵੀ ਇਹ ਗੁਰੂ ਦੇ ਪੀਣ ਦੇ ਉਚਿਤ ਹੈ। ਨੇਤਰ ਬੰਦ ਕਰਕੇ ਗੁਰੂ ਦੇ ਚਰਨਾਂ ਦਾ ਧਿਆਨ ਧਰਿਆ ਹੈ। ਉਹਨੇ ਉੱਠ ਲੱਗੇ ਕਾਟ ਬੇਲਕਰੀ, ਤੇ ਉਹ ਜਲ ਜੀ ਉਸੇ ਤਰ੍ਹਾਂ ਗੁਰੂ ਜੀ ਉਚਿਤ ਜਾਣ ਕਰਕੇ ਰਹਿਣ ਦਿੱਤਾ।
ਆਪ ਉੱਠ ਕਰਕੇ ਫਿਰ ਲੱਕੜੀਆਂ ਕੱਟਣ ਲੱਗ ਪਏ। ਪ੍ਰਥਮ ਨ ਪੀਵੈ ਟੇਕ ਸੋ ਪਕਰੀ। ਤੇ ਟੇਕ ਬਣਾ ਲਈ ਵੀ ਗੁਰੂ ਮਾਲਕ ਦੇ ਪੀਣ ਤੋਂ ਪਹਿਲਾਂ, ਛਕਣ ਤੋਂ ਪਹਿਲਾਂ ਅਸੀਂ ਇਹ ਜਲ ਜਿਹੜਾ ਨਹੀਂ ਪੀਵਾਂਗੇ। ਘੜੀ ਬਿਤਾਏ ਤਰ ਖਾਤਰ ਹੋਏ। ਹੁਣ ਘੜੀ ਕੀ ਬਤੀਤ ਕੀਤੀ ਆ, ਤੇ ਪਿਆਸ ਤੇ ਅੱਗੇ ਬੜੀ ਲੱਗੀ ਸੀ, ਤੇ ਹੁਣ ਗਰਮੀ ਦੀ ਰੁੱਤ ਹੋਵੇ ਤੇ ਉਧਰੋਂ ਲੱਕੜਾਂ ਕੱਟਣੀਆਂ ਹੋਣ, ਤੇ ਫਿਰ ਪਿਆਸ ਨੇ ਤੇ ਪਿਆਰਿਓ ਸਤਾਉਣਾ ਹੀ ਆ ਨਾ ਜੀ। ਫਿਰ ਬੜੀ ਪਿਆਸ ਬਣਨਾ ਕੀਤੀ। ਹੁਣ ਹਟ ਤਹਿ ਆਏ ਮਿਲ ਦੋਏ। ਫਿਰ ਦੋਵੇਂ ਹਟ ਕਰਕੇ ਉਸੇ ਜੰਡ ਦੇ ਹੇਠਾਂ ਆ ਗਏ। ਜਬ ਸਾਧੂ ਨੇ ਹੱਥ ਲਗਾਇਓ। ਜਦੋਂ ਭਾਈ ਸਾਧੂ ਨੇ ਉਸ ਬਰਤਨ ਨੂੰ ਹੱਥ ਲਾਉਣਾ ਕੀਤਾ, ਜਲ ਕੂਨਾ ਅਤ ਸੈਸੇ ਤਿਲਾਇਓ। ਜਲ ਦਾ ਇਹ ਭਰਿਆ ਹੋਇਆ ਕੂਨਾ ਜਿਹੜਾ ਸੀ ਬੜਾ ਠੰਡਾ ਹੋਇਆ ਚਹਿਤ ਹੋ ਤੋ ਪ੍ਰਿਯ ਪੁੱਤਰ ਪਿਆਵਨ। ਤੇ ਅੰਦਰ ਚਾਹੁੰਦਾ ਸੀ ਕਿ ਆਪਣੇ ਪਿਆਰੇ ਪੁੱਤਰ ਨੂੰ ਪਿਆ ਦੇਵਾਂ, ਬੜੀ ਪਿਆਸ ਲੱਗੀ ਹੈ। ਤਪਤ ਤ੍ਰੇ ਖਾਤਰ ਹੇਤ ਹਟਾਵਨ। ਤੇ ਇਹਦੀ ਤਪਸ, ਇਹਦੀ ਪਿਆਸ, ਇਹਨੂੰ ਪਿਆ ਕਰਕੇ ਮਿਟਾ ਦੇਣਾ ਕਰਾ। ਲੱਖ ਜਲ ਸੀਤਲ ਹਿਰਦੇ ਵਿਚਾਰਾ। ਪਰ ਇੰਨਾ ਠੰਡਾ ਜਲ ਜਾਣ ਕਰਕੇ ਭਾਈ ਸਾਧੂ ਨੇ ਸਮਤਵੰਤ ਸੁਤ ਸਾਚ ਉਚਾਰਾ। ਇਹ ਕਿਹਾ ਕਿ ਮੇਰਾ ਪੁੱਤਰ ਜਿਹੜਾ ਬੜਾ ਸ੍ਰੇਸ਼ਟ ਮਤ ਵਾਲਾ, ਉਹਨੇ ਸੱਚੀ ਗੱਲ ਕਹੀ ਆ, ਬੜਾ ਹੀ ਠੰਡਾ ਜਲ ਹੈ, ਇਹ ਤੇ ਗੁਰੂ ਦੇ ਪੀਣ ਯੋਗ ਹੈ। ਗੁਰ ਲਾਇਕ ਇਹ ਨਿਸਚਾਇਆ। ਇਹਨੂੰ ਗੁਰੂ ਦੇ ਉੱਪਰ ਬੜਾ ਭਾਰੀ ਨਿਹਚਾ ਹੈ। ਤਉਆਨ ਕਰ ਪੀਵੇਂ ਕਹਾ। ਪਰ ਕਹਿੰਦੇ ਵੀ ਠੀਕ ਹੈ, ਗੁਰੂ ਦੇ ਪੀਣ ਦੇ ਲਾਇਕ ਹੈ, ਪਰ ਇਹ ਸਮੇਂ ਦੇ ਵਿੱਚ ਅਚਾਨਕ ਸਤਿਗੁਰੂ ਜੀ ਕਿਵੇਂ ਆ ਕਰਕੇ ਪੀਣਗੇ? ਵੀ ਅਸੀਂ ਤੇ ਭਾਵਨਾ ਬਣਾ ਲਈ ਹੈ ਵੀ ਗੁਰੂ ਦੇ ਉਚਿਤ ਹੈ, ਗੁਰੂ ਦੇ ਪੀਣ ਯੋਗ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆ ਕੇ ਕਿਵੇਂ ਪੀਣਗੇ? ਜਲ ਕੋ ਤਜ ਬੈਠਿਓ ਸੁਤ ਪਾਸ। ਤੇ ਇਸੇ ਤਰ੍ਹਾਂ ਨਾ ਵਿਚਾਰ ਕਰਦੇ ਆ, ਜਲ ਨੂੰ ਉੱਥੇ ਫਿਰ ਛੱਡ ਦਿੱਤਾ ਤੇ ਆਪਣੇ ਪੁੱਤਰ ਦੇ ਪਾਸ ਬਹਿ ਜਾਣਾ ਕੀਤਾ। ਲਾਗੀ ਬਹੁ ਦੋਨੋਂ ਕੋ ਪਿਆਸ। ਦੋਨਾਂ ਨੂੰ ਹੀ ਪਿਤਾ ਪੁੱਤਰ ਨੂੰ ਬੜੀ ਭਾਰੀ ਪਿਆਸ ਲੱਗੀ। ਸੁਸਕ ਕੰਠ ਮੁਖ ਓਸਟ ਭਏ। ਕੰਠ ਜਿਹੜਾ ਸੁੱਕ ਗਿਆ, ਇਹਨਾਂ ਦੋਨਾਂ ਦੇ ਜਿਹੜੇ ਬੁੱਲ ਨੇ, ਹੋਂਠ ਨੇ, ਉਹ ਸੁੱਕਦੇ ਪਏ ਹਨ। ਰਸਨਾ ਚਲਤ ਨ ਬਹੁ ਮੁਰਝਾਏ। ਤੇ ਪਿਆਸ ਦੇ ਕਾਰਨ ਕਰਕੇ ਮੁਖ ਮੁਰਝਾ ਗਏ ਨੇ, ਇਹਨਾਂ ਦੀ ਰਸਨਾ ਵੀ ਜਿਹੜੀ ਚੱਲਦੀ ਨਹੀਂ ਪਈ ਹੈ। ਸਨੇ ਸਮਨੇ ਤਬ ਨੀਠੈ ਨੀਠ। ਸਹਿਜੇ ਸਹਿਜੇ ਦੇ ਨਾਲ ਬੋਲੇ ਦਿਸ਼ਟ ਚਲਾਵੇਂ ਡੀਠ। ਨਾਲੇ ਬੋਲਦੇ ਨੇ, ਨਾਲੇ ਇਧਰ ਉਧਰ ਦੇਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆ ਰਹੇ ਨੇ ਜਲ ਛਕਣ। ਕਿੰਨੀ ਭਾਵਨਾ, ਕਿੰਨਾ ਪਿਆਰ ਹੋਏਗਾ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਸਾਡੇ ਹਿਰਦਿਆਂ ਦੀ ਜਾਣਨ ਵਾਲੇ ਨੇ। ਜੇ ਅਸੀਂ ਬੇਨਤੀ ਕੀਤੀ ਹੈ ਤੇ ਸਤਿਗੁਰੂ ਜੀ ਆਉਣਗੇ ਤੇ ਜਲ ਛਕਣਗੇ। ਸਹਿਜ ਸਹਿਜ ਦੇ ਨਾਲ ਬੋਲਦੇ ਨੇ, ਧੰਨ ਗੁਰੂ ਹਰਗੋਬਿੰਦ ਮਹਾਰਾਜ, ਧੰਨ ਗੁਰੂ ਹਰਗੋਬਿੰਦ ਮਹਾਰਾਜ। ਨਾਲੇ ਇਧਰ ਉਧਰ ਦੇਖਦੇ ਹਨ। ਸਤਿਗੁਰ ਢਾਰ ਡਰੋਲੀ ਡੇਰਾ। ਇਧਰ ਗੁਰੂ ਪਾਤਸ਼ਾਹ ਮਹਾਰਾਜ ਨੇ ਡਰੋਲੀ ਦੇ ਵਿੱਚ ਡੇਰਾ ਕੀਤਾ ਹੋਇਆ। 30 ਕੋਸ ਕੋ ਪੰਥ ਕਨੇਰਾ। ਹੁਣ 3 ਕੋਸ ਦੀ ਦੂਰੀ ਤੇ ਇਹ ਡੇਰਾ ਹੈ। ਪਰ ਇਹ ਸਮੇਂ ਇਸ ਘਾਮ ਵਿਸਾਲਾ। ਬਹੁਤ ਭਾਰੀ ਇਸ ਸਮੇਂ ਗਰਮੀ ਪੈ ਰਹੀ ਹੈ। ਕਿਵੇਂ ਅਭਿਆ ਹੈ ਗੁਰੂ ਕਿਰਪਾਲਾ। ਗੁਰੂ ਪਾਤਸ਼ਾਹ ਮਹਾਰਾਜ ਕਿਵੇਂ ਇਸ ਸਥਾਨ ਤੇ ਆਉਣਗੇ? ਤਬ ਰੂਪੇ ਪਿਤ ਕੋ ਸਮਝਾਇਓ। ਤਦ ਭਾਈ ਰੂਪੇ ਨੇ ਆਪਣੇ ਪਿਤਾ ਭਾਈ ਸਾਧੂ ਨੂੰ ਸਮਝਾਉਣਾ ਕੀਤਾ। ਹਿਮ ਸੰਸੇ ਨਾ ਕਰਨ ਬਨ ਆਇਓ। ਕਹਿੰਦੇ ਪਿਤਾ ਜੀ, ਗੁਰੂ ਤੇ ਸੰਸਾ ਕਰਨਾ ਇਸ ਤਰ੍ਹਾਂ ਬਣਦਾ ਨਹੀਂ। ਗੁਰੂ ਤੇ ਸੰਸਾ ਤੇ ਤਾਂ ਬਣੇ ਨਾ ਜੇ ਗੁਰੂ ਹਿਰਦਿਆਂ ਦੀ ਜਾਣਨ ਵਾਲਾ ਨਹੀਂ, ਜੇ ਗੁਰੂ ਦਿਲਾਂ ਦੀ ਜਾਣਨ ਵਾਲਾ ਨਹੀਂ, ਜੇ ਗੁਰੂ ਅਰਦਾਸ ਅਰਜ਼ੋਈ ਸੁਣਨ ਵਾਲਾ ਨਹੀਂ। ਗੁਰੂ ਤੇ ਤਾਂ ਸੰਸਾ ਕਰਨਾ ਚਾਹੀਦਾ ਹੈ। ਸਰਬ ਸ਼ਕਤ ਮਾਲਕ ਗੁਰ ਪੂਰਾ। ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਗੁਰੂ ਪਰਿਪੂਰਨ ਹੈ। ਜਹ ਸਿਮਰੇ ਸਭ ਥਾਨ ਹਜੂਰਾ। ਤੇ ਜਿੱਥੇ ਵੀ ਸਤਿਗੁਰੂ ਨੂੰ ਸਿਮਰੀਏ, ਮਾਲਕ ਉੱਥੇ ਹੀ ਹਾਜ਼ਰ ਹੁੰਦੇ ਹਨ। ਅਮਰੇ ਪ੍ਰੇਮ ਪਰਨ ਨਿਰਬਾਹੇ। ਤੇ ਸਾਡੇ ਪ੍ਰੇਮ ਦੀ ਪ੍ਰਤੱਖਿਆ ਜਿਹੜੀ ਹੈ ਸਤਿਗੁਰੂ ਜੀ ਨਿਭਾਉਣਗੇ। ਪਾਨ ਹਰੇ ਲਾਇਕ ਨਿਜ ਚਾਹੈ। ਤੇ ਗੁਰੂ ਪਾਤਸ਼ਾਹ ਮਹਾਰਾਜ ਇਸ ਪਾਣੀ ਨੂੰ ਆਪਣੇ ਲਾਇਕ ਦਾ ਦੇਖਣ ਤਾਂ ਆਪ ਆ ਕਰਕੇ ਜ਼ਰੂਰ ਪੀਣਗੇ। ਏਮ ਕਹਿ ਗਏ ਕਾਰ ਕੋ ਕਰਬੇ। ਇਵੇਂ ਕਹਿ ਕਰਕੇ ਨਾ ਜੀ ਫਿਰ ਇਹਨਾਂ ਨੇ ਯਤਨ ਕੀਤਾ ਵੀ ਉਹਨਾਂ ਚਿਰ ਆਪਣੀ ਉਹ ਜਿਹੜੀ ਕਾਰ ਰਹਿੰਦੀ ਹੈ ਉਹਨੂੰ ਕਰੀਏ। ਕਰੀ ਨਾ ਗਈ ਹਟੇ ਪੁਨ ਪਰਬੇ। ਪਰ ਹੁਣ ਕਾਰ ਨਹੀਂ ਹੋਈ ਜੀ। ਕੁਹਾੜੇ ਕਿੱਥੇ ਚੱਲਦੇ ਨੇ ਪਿਆਸ ਲੱਗੀ ਹੋਵੇ।
ਫਿਰੇ ਹਟ ਜਾਣਾ ਕੀਤੇ। ਭਰੇ ਤ੍ਰਿਕਾਤਰ ਲੱਕਰੀ ਕਾਟੀ, ਹੁਣ ਬਹੁਤ ਭਾਰੀ ਪਿਆਸ ਬਣ ਜਾਣਾ ਕੀਤੇ। ਸੁੱਕੇ ਊਂਠ ਲਾਗ ਮੁਖ ਲਾਟੀ, ਸੋ ਗੁਰੂ ਜੀ ਦੇ ਪਿਆਰ ਦੇ ਵਿੱਚ ਭਿੱਜਿਆ ਹੋਇਆਂ ਦੇ ਅੰਦਰੋਂ ਐਸੀ ਇਹ ਪਿਆਸ ਜਿਹੜੀ ਪਾਣੀ ਦੀ ਬਣੀ ਹੋਈ ਹੈ, ਇਸ ਦੇ ਕਾਰਨ ਹੋਠ ਸੁੱਕ ਗਏ ਨੇ। ਇੱਥੋਂ ਤੱਕ ਕਿ ਮੁਖ ਦਾ ਜਿਹੜਾ ਥੁੱਕ ਸੀ ਨਾ ਜੀ, ਉਹ ਵੀ ਖੁਸ਼ਕ ਹੋ ਗਿਆ। ਮੁਖ ਦੇ ਵਿੱਚ ਹੁਣ ਥੁੱਕ ਵੀ ਜਿਹੜਾ ਨਹੀਂ ਰਹਿ ਜਾਣਾ ਕੀਤਾ। ਅਤ ਸੀਤਲ ਜਲ ਉਤਮ ਜਾਨ, ਤੇ ਅਤੀ ਦਾ ਸੀਤਲ, ਅਤੀ ਦਾ ਠੰਡਾ ਜਲ ਜਾਣ ਕਰਕੇ ਚਹਿਤ ਕਰਾਇਓ ਸ੍ਰੀ ਗੁਰਪਾਨ। ਬਸ ਇੱਕੋ ਹੀ ਚਾਹੁੰਦਾ ਹੈ ਵੀ ਗੁਰੂ ਨੂੰ ਛਕਾਉਣਾ ਹੈ। ਖਿੰਨ ਬਦਨ ਮਨ ਉਮਗ ਬਡੇਰੀ, ਭਾਵੇਂ ਇਹਨਾਂ ਦੇ ਮਨ ਅੰਦਰ ਬੜੀ ਭਾਰੀ ਤਾਂਘ ਹੈ, ਪਰ ਮੁਖ ਜਿਹੜੇ ਨੇ ਪਿਆਸ ਦੇ ਕਾਰਨ, ਗਰਮੀ ਦੇ ਕਾਰਨ ਕਮਲਾ ਜਾਣਾ ਕੀਤੇ ਹਨ। ਪਿਤਾ ਪੁੱਤਰ ਵਿਆਕੁਲ ਤਿਸ ਬੇਰੀ, ਇਸ ਸਮੇਂ ਪਿਤਾ ਤੇ ਪੁੱਤਰ ਭਾਈ ਸਾਧੂ ਤੇ ਭਾਈ ਰੂਪਾ ਬੜੇ ਭਾਰੀ ਵਿਆਕੁਲ ਹੋ ਜਾਣਾ ਕੀਤੇ। ਸ੍ਰੀ ਹਰਗੋਬਿੰਦ ਮੰਦਰ ਅੰਦਰ, ਉਧਰ ਧੰਨ ਗੁਰੂ ਹਰਗੋਬਿੰਦ ਮਹਾਰਾਜ ਬੜੇ ਸੁੰਦਰ ਮਹਿਲ ਦੇ ਵਿੱਚ, ਫਿਰੇ ਪ੍ਰਿਅੰਕ ਪੀਠ ਮ੍ਰਿਦ ਸੁੰਦਰ, ਸੋਹਣੇ ਪਲੰਗੇ ਦੇ ਉੱਪਰ ਬਿਰਾਜਮਾਨ ਹਨ। ਹਸਟਾਟੀ ਕੀਨੇ ਸ਼ਿਰਕਾਵ, ਬਹੁਤ ਸੁੰਦਰ ਆਸਣ ਗੁਰੂ ਮਾਲਕ ਦਾ ਲੱਗਿਆ ਹੋਇਆ ਜੀ, ਉਹਦੇ ਉੱਪਰ ਸੋਹਣਾ ਛਿੜਕਾਓ ਕੀਤਾ ਹੋਇਆ। ਜਲ ਸਿੰਚਤ ਸੀਤਲ ਮਹਿਕਾਵ, ਤੇ ਸੋਹਣਾ ਚਾਰ ਚੁਫੇਰੇ ਜਲ ਛਿੜਕਿਆ ਹੋਇਆ, ਬੜੀਆਂ ਸੁੰਦਰ ਸੁਗੰਧੀਆਂ ਪਾ ਕਰਕੇ। ਅਰਕ ਗੁਲਾਬਨ ਕੰਧ ਉਲੀਚੇ, ਫਿਰ ਇੱਥੋਂ ਤੱਕ ਕਿ ਗੁਲਾਬ ਅਰਕ ਇਤਿਆਦਿਕ ਉਹਦੇ ਨਾਲ ਕੰਧਾਂ ਵੀ ਜਿਹੜੀਆਂ ਸੀ ਉਹ ਵੀ ਮਹਿਕਾਈਆਂ ਹੋਈਆਂ ਸਨ। ਭਾਈ ਸਾਈਂ ਦਾਸ ਤੇ ਬੀਬੀ ਰਾਮੋ ਜੀ ਨੇ ਗੁਰੂ ਕੇ ਸੇਵਕਾਂ ਨੇ। ਅਤਰ ਸੁਗੰਧਰ ਬਸਤਰਨ ਬੀਚੇ, ਅਤਰ ਇਤਿਆਦਿਕ ਦੇ ਨਾਲ ਸੁਗੰਧੀ ਜਿਹੜੀ ਆ ਉਹ ਬਸਤਰਾਂ ਵਿੱਚੋਂ ਵੀ ਮਹਿਕ ਰਹੀ ਹੈ। ਰਾਮੋ ਖਰੀ ਬਿਜਨ ਕੋ ਕਰੇ, ਤੇ ਪਾਸ ਬੀਬੀ ਰਾਮੋ ਜੀ ਹੱਥ ਵਿੱਚ ਪੱਖਾ ਲੈ ਕਰਕੇ ਚੱਲ ਰਹੇ ਹਨ। ਸਾਈਂ ਦਾਸੇ ਬਾਤ ਉਚਰੈ, ਤੇ ਭਾਈ ਸਾਈਂ ਦਾਸ ਦੇ ਨਾਲ ਗੁਰੂ ਪਾਤਸ਼ਾਹ ਬਚਨ ਬਿਲਾਸ ਕਰ ਰਹੇ ਹਨ। ਕਰੀ ਪ੍ਰੇਮ ਨੇ ਖੈਂਚ ਬਡੇਰੀ, ਤੇ ਇਧਰੋਂ ਜਦੋਂ ਭਾਈ ਸਾਧੂ ਤੇ ਭਾਈ ਰੂਪੇ ਦੇ ਪ੍ਰੇਮ ਨੇ ਇੰਨੀ ਭਾਰੀ ਖਿੱਚ ਪਾਈ ਹੈ, ਸਭ ਕਿਛ ਤਿਆਗ ਦੇਨ ਤਿਸ ਬੇਰੀ। ਗੁਰੂ ਮਾਲਕ ਨੇ ਉਸ ਸਮੇਂ ਸੋਹਣਾ ਆਸਣ, ਸੋਹਣਾ ਇਹ ਮਹੱਲ, ਸੋਹਣਾ ਇਹ ਪਲੰਗਾ, ਸੋਹਣੀਆਂ ਇਹ ਮਹਿਕਾਂ, ਠੰਡੇ ਥਾਰ ਥਾਂ ਤੇ ਜਿੱਥੇ ਗੁਰੂ ਮਾਲਕ ਨੇ ਆਸਣ ਲਾਇਆ, ਸਭ ਕੁਝ ਤਿਆਗ ਕਰਕੇ ਕਹਿਤ ਸੀਗਰ ਹੀ ਜੀਨ ਪਵਾਇਓ, ਬਸ ਇੱਕਦਮ ਕਹਿ ਕੇ ਸਤਿਗੁਰੂ ਜੀ ਨੇ ਆਪਣੇ ਘੋੜੇ ਤੇ ਕਾਠੀ ਪਵਾ ਲੈਣਾ ਕੀਤੇ। ਚੜ ਬੇਹੇਤ ਤੁਰੰਗ ਮੰਗਾਇਓ, ਤੇ ਚੜਨ ਵਾਸਤੇ ਘੋੜਾ ਮੰਗਵਾ ਲੈਣਾ ਕੀਤਾ। ਭਏ ਕਾਕੇ ਤਬ ਅਸਵਾਰ, ਤੇ ਇਕੱਲੇ ਗੁਰੂ ਮਾਲਕ ਉਸੇ ਵੇਲੇ ਅਸਵਾਰ ਹੋ ਜਾਣਾ ਕੀਤੇ। ਲਹਿ ਦਾਸਨ ਦੁਖ ਸਕੇ ਸਹਾਰ, ਆਪਣੇ ਦਾਸਾ ਆਪਣੇ ਪਿਆਰਿਆਂ ਦਾ ਇਹ ਦੁੱਖ ਸਹਾਰ ਨਾ ਸਕੇ। ਕਿ ਸਾਡੀ ਯਾਦ ਅੰਦਰ, ਸਾਡੇ ਪਿਆਰ ਦੇ ਅੰਦਰ ਉਹ ਪਿਆਸ ਦੇ ਨਾਲ ਵਿਆਕੁਲ ਹੋ ਰਹੇ ਨੇ, ਗਰਮੀ ਦੇ ਨਾਲ ਵਿਆਕੁਲ ਹੋ ਰਹੇ ਨੇ। ਇੱਕਦਮ ਸਤਿਗੁਰੂ ਜੀ ਤਿਆਰ ਹੋ ਗਏ। 30 ਕੋਸ ਪਹੁੰਚੇ ਸ਼ਨ ਮਾਹੀ, ਭਾਈ ਸਾਹਿਬ ਜੀ ਕਹਿੰਦੇ ਵੀ ਇਹ ਜਿਹੜਾ ਪੈਂਡਾ ਹੈ ਡਰੋਲੀ ਨਗਰ ਤੋਂ, ਇਹ ਲਗਭਗ 30 ਕੋਹ ਦੀ ਦੂਰੀ ਸੀ। ਤੇ ਉਹ ਪੈਂਡਾ 30 ਕੋਹ ਦੀ ਦੂਰੀ ਦਾ ਹੋਏ ਤ੍ਰਿਕਾਤਰੇ ਤੇ ਉਤ ਜਾਹੇ, ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਆਪਣੇ ਪਿਆਰਿਆਂ ਦੇ ਪ੍ਰੇਮ ਨੂੰ ਵਿਚਾਰਦਿਆਂ ਹੋਇਆਂ ਜਾਣਾ ਕੀਤਾ ਹੈ, ਜਿੱਥੇ ਬਹੁਤ ਭਾਰੀ ਪਿਆਸ ਦੇ ਨਾਲ ਵਿਆਕੁਲ ਹੋ ਰਹੇ ਸਨ। ਤੇ ਗੁਰੂ ਮਾਲਕ ਇੰਨੀ ਤੇਜ਼ੀ ਦੇ ਨਾਲ ਇੱਧਰੋਂ ਗਏ ਨੇ, ਮਾਨੋ ਕਿ ਪਤਾ ਨਹੀਂ ਸਾਹਿਬ ਨੂੰ ਕਿੰਨੀ ਕੀ ਪਿਆਸ ਲੱਗੀ ਹੈ। ਇਵੇਂ ਸਤਿਗੁਰੂ ਜੀ ਉਸ ਪਾਸੇ ਵੱਲ ਜਾਣਾ ਕੀਤੇ। ਜਿਮ ਜਲ ਪ੍ਰਾਪਤ ਕਹੂ ਨਾ ਹੋਵਾ, ਜਿਵੇਂ ਕਿਧਰੇ ਜਲ ਪ੍ਰਾਪਤ ਨਹੀਂ ਹੋਇਆ ਹੈ। ਜੰਗਲ ਵਿਖੇ ਭਰਮਤ ਥਲ ਜੋਵਾ, ਜਿਵੇਂ ਜੰਗਲ ਦੇ ਵਿੱਚ ਇੱਧਰ ਉੱਧਰ ਦੇਖਦਿਆਂ ਹੋਇਆਂ ਜਲ ਨਾ ਮਿਲਣਾ ਕਰੇ। ਪਿਤਾ ਭੂਤ ਵਿਆਕੁਲ ਛਿਤ ਪਰੇ, ਉਧਰ ਪਿਤਾ ਤੇ ਪੁੱਤਰ ਭਾਈ ਸਾਧੂ ਤੇ ਭਾਈ ਰੂਪਾ ਵਿਆਕੁਲ ਹੋਏ ਪਏ ਹਨ। ਸੁਸਕ ਬਦਨ ਓਸਟ ਜੁਗ ਜੁਰੇ, ਜਿਨ੍ਹਾਂ ਦੇ ਮੁਖ ਕੁਮਲਾਏ ਹੋਏ ਨੇ, ਹੋਂਠ ਸੁਖੇ ਹੋਏ ਹਨ। ਇੱਕ ਸਤਿਗੁਰ ਕੀ ਆਸਾ ਲਾਗੇ, ਬਸ ਕੇਵਲ ਇੱਕ ਸਤਿਗੁਰੂ ਜੀ ਦੀ ਆਸ ਲੱਗੀ ਹੋਈ। ਪਾਨ ਪਿਆਵਨ ਪਰ ਅਨਰਾਗੇ, ਬਸ ਇੱਕੋ ਹੀ ਪ੍ਰੇਮ ਬਣਿਆ ਹੋਇਆ ਹੈ ਕਿ ਗੁਰੂ ਨੂੰ ਇਹ ਠੰਡਾ ਜਲ ਛਕਾਉਣਾ ਹੈ। ਪੂਰਬ ਅਰਪ ਦੀਨ ਜਲ ਸੀਤਲ, ਪਹਿਲਾਂ ਹੀ ਇਹ ਠੰਡਾ ਜਲ ਜਿਹੜਾ ਗੁਰੂ ਮਾਲਕ ਨੂੰ ਅਰਪ ਦਿੱਤਾ ਹੈ। ਬਿਨ ਗੁਰ ਪੀਏ ਨ ਹੱਠ ਧਰ ਹੀਤਲ, ਪਰ ਹੁਣ ਹੱਠ ਕੀਤਾ ਹੋਇਆ ਕਿ ਗੁਰੂ ਦੇ ਛਕਣ ਤੋਂ ਬਿਨਾ ਅਸੀਂ ਇਹ ਜਲ ਨਹੀਂ ਛਕਾਂਗੇ। ਪ੍ਰਾਨ ਅੰਤ ਲਓ ਪ੍ਰੇਮ ਨ ਬਾਹਰ,
ਪਾਹਾ। ਇੱਥੋਂ ਤੱਕ ਕਿ ਮੰਨੋ ਕਿ ਪ੍ਰਾਣਾਂ ਦੇ ਅੰਤ ਤੱਕ ਇਹਨਾਂ ਨੇ ਇਹ ਆਪਣਾ ਪ੍ਰੇਮ ਜਿਹੜਾ ਨਿਭਾਉਣਾ ਕੀਤਾ ਹੈ। ਪ੍ਰਾਣਾਂ ਦੀ ਪਰਵਾਹ ਨਹੀਂ ਕੀਤੀ ਵੀ ਪਿਆਸ ਦੇ ਕਾਰਨ ਸਾਡੇ ਪ੍ਰਾਣ ਪਿਆਰ ਦੇ ਵਿੱਚ ਭਿੱਜੇ ਹੋਏ ਹਨ। ਕਿਮ ਗੁਰ ਨ ਆਵ ਹੈ ਤਿਨ ਪਾਹਾ। ਤੇ ਐਸੇ ਆਪਣੇ ਪਿਆਰਿਆਂ ਦੇ ਕੋਲ ਕਿਵੇਂ ਨਾ ਸਤਿਗੁਰੂ ਜੀ ਆਉਣਗੇ। ਦੇਖ ਦੂਰ ਤੇ ਦੋਵੇਂ ਨ ਦਾਸਾ। ਦੂਰੋਂ ਸਤਿਗੁਰੂ ਜੀ ਨੇ ਆਪਣੇ ਦਾਸਾਂ ਨੂੰ ਦੇਖ ਕਰਕੇ ਉੱਚੇ ਸਤਿਗੁਰ ਬਾਕ ਪ੍ਰਕਾਸ਼ਾ। ਉੱਚੀ ਦੇ ਨਾਲ ਧੰਨ ਗੁਰੂ ਹਰਗੋਬਿੰਦ ਮਹਾਰਾਜ ਸਤਿਗੁਰੂ ਜੀ ਕਹਿਣ ਲੱਗੇ, ਕੋ ਤੁਮ ਪਰੇ ਬਤਾਵੋ ਹਮੇ। ਕਹਿਣ ਲੱਗੇ ਹੇ ਭਾਈ ਤੁਸੀਂ ਕੌਣ ਪਏ ਹੋ, ਸਾਨੂੰ ਦੱਸਣਾ ਕਰੋ। ਗੁਰੂ ਮਾਲਕ ਨੇ ਉੱਚੀ ਨਾਲ ਆਵਾਜ਼ ਮਾਰੀ ਆ ਵੀ ਤੁਸੀਂ ਲੱਗਦੇ ਕੋਈ ਪਏ ਹੋ ਤੇ ਕੌਣ ਹੋ ਤੁਸੀਂ। ਇਵੇਂ ਸਤਿਗੁਰੂ ਨੇ ਆਵਾਜ਼ ਦਿੱਤੀ ਆ ਜਿਵੇਂ ਗੁਰੂ ਮਾਲਕ ਨੂੰ ਕਿਸੇ ਗੱਲ ਦਾ ਕੋਈ ਪਤਾ ਨਾ ਹੋਵੇ। ਜਿਵੇਂ ਕੋਈ ਜੀਵ ਆ ਜਲ ਦਾ ਭਾਲ ਕਰਦਾ ਇੱਧਰ ਆਇਆ ਹੋਵੇ ਤੇ ਆਵਾਜ਼ ਮਾਰੇ, ਭਾਈ ਤੁਸੀਂ ਕੌਣ ਸੁੱਤੇ ਹੋ, ਕਿਵੇਂ ਸੁੱਤੇ ਹੋ। ਤ੍ਰਿਖਾ ਬਿਖਾਦ ਦੇ ਤੇ ਸਮੈ। ਇਸ ਸਮੇਂ ਦੇ ਵਿੱਚ ਬਹੁਤ ਭਾਰੀ ਪਿਆਸ ਨੇ ਦੁੱਖ ਦਿੱਤਾ ਹੈ। ਜਲ ਜੰਗਲ ਮੈਂ ਨਾਹਿਨ ਪਾਵੇ। ਤੇ ਇਸ ਜੰਗਲ ਦੇ ਇਲਾਕੇ ਦੇ ਵਿੱਚ ਜਲ ਨਹੀਂ ਮਿਲ ਰਿਹਾ ਹੈ। ਖੋਜਤ ਫਿਰੇ ਹਾਥ ਨ ਆਵੇ। ਬੜਾ ਖੋਜਦੇ ਫਿਰਦੇ ਹੱਥ ਨਹੀਂ ਆ ਰਿਹਾ ਹੈ। ਸੁਨ ਗੁਹਾਰ ਕੋ ਆਖ ਉਗਾਰੀ। ਤੇ ਜਦੋਂ ਸਤਿਗੁਰੂ ਜੀ ਦੀ ਆਵਾਜ਼ ਸੁਣੀ ਨਾ ਜੀ, ਇਹਨਾਂ ਗੁਰੂ ਕੇ ਸਿੱਖਾਂ ਨੇ ਅੱਖ ਖੋਲਣਾ ਕੀਤੀ। ਉਠ ਸਾਧੂ ਵਿਆਕੁਲ ਤਿਖ ਭਾਰੀ। ਭਾਈ ਸਾਧੂ ਜੀ ਉੱਠੇ ਨੇ, ਪਿਆਸ ਬੜੀ ਭਾਰੀ ਵਿਆਕੁਲ ਕਰ ਰਹੀ ਹੈ। ਕੌਣ ਪੁਕਾਰਤ ਜੰਗਲ ਮਾਹੀ। ਤੇ ਨਾਲ ਹੀ ਆਵਾਜ਼ ਸੁਣ ਕੇ ਵਿਚਾਰਦੇ ਨੇ ਵੀ ਇਸ ਜੰਗਲ ਦੇ ਵਿੱਚ ਕੌਣ ਪੁਕਾਰਦਾ ਪਿਆ, ਕੌਣ ਆਵਾਜ਼ਾਂ ਮਾਰ ਰਿਹਾ ਹੈ। ਜੇਠ ਦੁਪਹਿਰੇ ਥਿਰ ਕਿਉਂ ਨਾਹੀ। ਤੇ ਇਹ ਜੇਠ ਦੇ ਮਹੀਨੇ ਇਸ ਦੁਪਹਿਰੇ ਦੇ ਵਿੱਚ ਇਹ ਜੀਵ ਟਿਕਿਆ ਹੋਇਆ ਕਿਉਂ ਨਹੀਂ ਹੈ। ਚੜੇ ਤੁਰੰਗ ਪਰਿਆਵਤ ਹੇਰੇ। ਪਰ ਕੀ ਦੇਖਿਆ ਭਾਈ ਸਾਧੂ ਨੇ, ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਘੋੜੇ ਤੇ ਸਵਾਰ ਹੋ ਕਰਕੇ ਆ ਰਹੇ ਹਨ। ਜਿਮ ਬਹੁ ਤਪਤ ਗਇਓ ਸੁਕਨੀਰਾ। ਉਸ ਸਮੇਂ ਦੇ ਵਿੱਚ ਸ੍ਰੀ ਹਰਗੋਬਿੰਦ ਹੈ ਇਸ ਸਵੇਰੇ ਦੇਖਿਆ ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਹਨ। ਜਿਮ ਬਹੁ ਤਪਤ ਗਇਓ ਸੁਕਨੀਰਾ। ਜਿਵੇਂ ਬਹੁਤੀ ਗਰਮੀ ਦੇ ਨਾਲ ਕਿਸੇ ਛੋਟੇ ਤਾਲਾਬ ਦਾ ਜਲ ਸੁੱਕ ਗਿਆ ਹੋਵੇ, ਉਸ ਤਰ੍ਹਾਂ ਦੇ ਨਾਲ ਅਲਪ ਧਾਲ ਜੁਗ ਬੀਨ ਸਰੀਰਾ। ਤੇ ਉਹਦੇ ਵਿੱਚ ਫਿਰ ਮੱਛੀਆਂ ਜਿਹੜੀਆਂ ਨੇ ਨਾ ਜੀ ਫਿਰ ਬੜੀਆਂ ਤੜਫਦੀਆਂ ਨੇ, ਬੜੀਆਂ ਭਾਰੀ ਵਿਆਕੁਲ ਹੁੰਦੀਆਂ ਹਨ। ਤੜਪਤ ਇੱਕ ਪਰਮੇਸ਼ਰ ਆਸ। ਉਸ ਤਰ੍ਹਾਂ ਦੇ ਨਾਲ ਇਹਨਾਂ ਜੀਵਾਂ ਦੀ ਪਿਆਰਿਓ ਭਾਵਨਾ ਬਣੀ ਹੋਈ ਸੀ। ਜਿਵੇਂ ਸੁੱਕੇ ਹੋਏ ਤਾਲਾਬ ਦੇ ਵਿੱਚ ਮੱਛੀਆਂ ਤੜਪਦੀਆਂ ਨੇ ਤੇ ਇੱਕੋ ਮਾਲਕ ਦੀ ਪਿਆਸ ਹੁੰਦੀ ਹੈ ਨਾ ਜੀ, ਆਸ ਹੁੰਦੀ ਹੈ ਕਿ ਮਾਲਕਾ ਕਿਰਪਾ ਕਰ, ਰਹਿਮਤ ਕਰ, ਜਲ ਬਰਸਾ, ਮੀਂਹ ਵਰਸਾ, ਅਸੀਂ ਸੁਖੀ ਹੋਈਏ। ਤੇ ਇਧਰ ਗੁਰੂ ਕੇ ਪਿਆਰ ਵਾਲੇ ਜਿਹੜੇ ਸੀ, ਇਹਨਾਂ ਦੀ ਹਾਲਤ ਗੁਰੂ ਕੇ ਪਿਆਰ ਵਿੱਚ ਭਿੱਜਿਆ ਹੋਇਆਂ ਦੀ ਜਿਹੜੀ ਸੀ, ਕਹਿੰਦੇ ਜਿਵੇਂ ਤਾਲਾਬ ਦੇ ਵਿੱਚੋਂ ਜਲ ਸੁੱਕਿਆ ਹੋਵੇ ਤੇ ਮੱਛੀਆਂ ਦੀ ਹਾਲਤ ਹੁੰਦੀ ਆ, ਇਵੇਂ ਭਾਈ ਸਾਧੂ ਤੇ ਭਾਈ ਰੂਪੇ ਦੀ ਹਾਲਤ ਬਣੀ ਹੋਈ ਸੀ। ਪਰ ਇੱਕੋ ਆਪਣੇ ਮਾਲਕ ਤੇ ਆਪਣੇ ਗੁਰੂ ਤੇ ਆਸ ਹੈ। ਹੋਏ ਜਲ ਤਰ ਗੁਰ ਪਹੁੰਚੇ ਪਾਸ। ਤੇ ਗੁਰੂ ਹਰਗੋਬਿੰਦ ਮਹਾਰਾਜ ਬਦਲ ਰੂਪ ਹੋ ਕਰਕੇ ਪਾਸ ਪਹੁੰਚੇ ਹਨ। ਜਥਾ ਕਮਲ ਜੁਗ ਘਾਮਤ ਪਾਏ। ਕਹਿੰਦੇ ਜਿਵੇਂ ਬਹੁਤ ਭਾਰੀ ਤਪਸ ਦੇ ਨਾਲ ਕਮਲ ਜਿਹੜਾ ਮੁਰਝਾ ਜਾਂਦਾ ਹੈ। ਜਲ ਵਿਹੀਨ ਹੋਏ ਕਰ ਮੁਰਝਾਏ। ਤੇ ਜਦੋਂ ਜਲ ਸੁੱਕ ਜਾਏ ਤੇ ਕਮਲ ਮੁਰਝਾ ਜਾਂਦੇ ਜੀ ਤਪਸ ਦੇ ਕਾਰਨ ਕਰਕੇ। ਨਦੀ ਰੂਪ ਗੁਰ ਪਹੁੰਚੇ ਆਏ। ਤੇ ਨਦੀ ਰੂਪ ਹੋ ਕਰਕੇ ਸਤਿਗੁਰੂ ਜੀ ਪਹੁੰਚੇ ਨੇ। ਭਾਵੇਂ ਇਹ ਸਿੱਖ ਜਲ ਦੇ ਨਿਆਏ ਵਾਹਿਗੁਰੂ ਕਮਲ ਦੇ ਨਿਆਈ ਕੁਮਲਾਰੇ ਸਨ, ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਨਦੀ ਰੂਪ ਹੋ ਕਰਕੇ ਪਹੁੰਚੇ ਹਨ। ਬਿਨ ਜਲ ਭਾਨ ਉਠੇ ਹਰਖਾਏ। ਬਿਨਾਂ ਜਲ ਛਕਣ ਤੋਂ ਬੜੀ ਪ੍ਰਸੰਨਤਾ ਦੇ ਨਾਲ ਉੱਠਣਾ ਕੀਤਾ। ਸੁਤ ਰੂਪੇ ਸੰਗ ਸਾਧੂ ਕਹਿਓ। ਆਪਣੇ ਪੁੱਤਰ ਭਾਈ ਰੂਪੇ ਨੂੰ ਭਾਈ ਸਾਧੂ ਨੇ ਕਹਿਣਾ ਕੀਤਾ, ਉਠੋ ਗੁਰੂ ਮੈਂ ਆਵਤ ਲਹਿਓ। ਕਹਿੰਦੇ ਉਹ ਪੁੱਤਰਾ ਉੱਠ, ਮੈਂ ਸਤਿਗੁਰੂ ਜੀ ਨੂੰ ਆਉਂਦਿਆਂ ਹੋਇਆਂ ਦੇਖਿਆ ਹੈ। ਪੈਤਰ ਖਾਤਰ ਜਾਚ ਤਨੀਰਾ। ਗੁਰੂ ਪਾਤਸ਼ਾਹ ਮਹਾਰਾਜ ਜੀ ਜਲ ਮੰਗਦੇ ਪਏ ਨੇ, ਆਵਾਜ਼ਾਂ ਦਿੰਦੇ ਪਏ ਨੇ, ਉਹਨਾਂ ਨੂੰ ਬੜੀ ਪਿਆਸ ਲੱਗੀ ਹੈ। ਕਰੋ ਪਿਆਵਨ ਧਰ ਕਰ ਧੀਰਾ। ਤੇ ਉੱਠ ਭਾਈ ਰੂਪਿਆ, ਧੀਰਜ ਧਾਰ ਕਰਕੇ ਸਤਿਗੁਰੂ ਜੀ ਨੂੰ ਜਲ ਛਕਾਉਣਾ ਕਰ। ਮਿਰਤਕ ਸਮਾਨ ਹੋ ਤੋ ਮੁਰਝਾਇਓ। ਜਿਹੜਾ ਭਾਈ ਰੂਪਾ ਮਿਰਤਕ ਦੇ ਸਮਾਨ ਹੋਇਆ ਸੀ, ਮੁਰਝਾਇਆ ਹੋਇਆ ਸੀ। ਉਠਿਓ ਸੁਨਤ ਜਨ ਅਮੀ ਪਿਲਾਇਓ। ਸੁਣਦਿਆਂ ਸਾਰੀ ਆਪਣੇ ਪਿਤਾ ਦੇ ਬੋਲ ਐਵੇਂ ਉੱਠ ਗਿਆ
ਜਿਵੇਂ ਮਾਨੋ ਕਿਸੇ ਨੇ ਅੰਮ੍ਰਿਤ ਪਿਲਾ ਦਿੱਤਾ ਹੈ। ਦੋਨੋਂ ਖਰੇ ਦੂਰ ਕਰ ਜੋਰੇ, ਦੋਨੋਂ ਉੱਠ ਕੇ ਪਿਤਾ ਪੁੱਤਰ ਖੜੇ ਹੋ ਗਏ, ਦੋਨੋਂ ਹੱਥ ਜੋੜਨਾ ਕੀਤੇ। ਗੁਰ ਹੈ ਪ੍ਰੇਮ ਪ੍ਰੇਰ ਗਏ ਤਿਨ ਓਰੇ, ਗੁਰੂ ਹਰਗੋਬਿੰਦ ਮਹਾਰਾਜ ਆਪਣੇ ਘੋੜੇ ਨੂੰ ਪ੍ਰੇਰ ਕੇ ਤਿਨਾਂ ਵੱਲ ਜਾਣਾ ਕੀਤੇ। ਬਾਰ ਬਾਰ ਬਚ ਬਦਨ ਪਗਾਨੇ, ਤੇ ਬਾਰ-ਬਾਰ ਮੁਖ ਤੋਂ ਕਹਿਣਾ ਕੀਤਾ। ਹਮਕੋ ਲਾਗੀ ਤ੍ਰਿਖਾ ਮਹਾਨੇ, ਕਹਿੰਦੇ ਭਾਈ ਸਾਨੂੰ ਬੜੀ ਪਿਆਸ ਲੱਗੀ ਹੈ, ਖੋਜ ਰਹੇ ਜਲ ਕਤਹੁ ਨ ਪਾਇਓ। ਅਸੀਂ ਖੋਜਦੇ ਰਹੇ, ਕਿਧਰੇ ਜਲ ਨਹੀਂ ਮਿਲਿਆ ਹੈ। ਜੇਠ ਦੁਪਹਿਰੇ ਬਹੁਤ ਤਪਤਾਇਓ, ਤੇ ਜੇਠ ਦਾ ਮਹੀਨਾ ਇਹ ਦੁਪਹਿਰਾ ਜਿਹੜਾ ਬੜਾ ਭਾਰੀ ਤਪਸ ਦਾ ਬਣਿਆ ਹੋਇਆ, ਬੜਾ ਇਹਨੇ ਤਪਾਇਆ ਹੋਇਆ ਹੈ। ਗਏ ਸਮੀਪ ਦੌਨ ਪਗ ਪਰੇ, ਦੋਨੋਂ ਹੀ ਪਿਤਾ ਪੁੱਤਰ ਦੌੜ ਕੇ ਸਤਿਗੁਰੂ ਜੀ ਦੇ ਚਰਨਾਂ ਤੇ ਢਹਿ ਪਏ। ਪ੍ਰਭ ਜੀ ਜਲ ਸੋ ਤਿਆਰ ਹਮ ਕਰੇ, ਸੱਚੇ ਪਾਤਸ਼ਾਹ ਮਹਾਰਾਜ ਜਲ ਤੇ ਤਿਆਰ ਕੀਤਾ ਹੈ। ਕੂਨਾ ਜੰਡ ਬਿਰਛ ਲਟਕਾਇਓ, ਦੇਖੋ ਕਿੰਨਾ ਸੁੰਦਰ ਕੂਨਾ ਜਲ ਦਾ ਭਰ ਕੇ ਇਹ ਜੰਡ ਦੇ ਨਾਲ ਲਟਕਾਇਆ ਹੋਇਆ ਹੈ। ਲਗ ਲੋਆਤ ਸੀਸ ਤਲਾਇਓ, ਤੇ ਲੋਆਂ ਲੱਗ ਕਰਕੇ ਨਾ ਬੜਾ ਠੰਡਾ ਹੋਇਆ ਹੈ। ਉਚਿਤ ਆਪ ਕੇ ਪਾਣੀ ਜਾਨਾ, ਸੱਚੇ ਪਾਤਸ਼ਾਹ ਮਹਾਰਾਜ ਇਹ ਪਾਣੀ ਇਹ ਜਲ ਜਿਹੜਾ ਨਾ ਤੁਹਾਡੇ ਪੀਣ ਦੇ ਉਚਿਤ ਜਾਣਨਾ ਕੀਤਾ ਹੈ। ਪੈਤਰ ਖਾਤਰ ਕਰਿਓ ਨਾ ਪਾਨਾ, ਪਾਤਸ਼ਾਹ ਬੜੀ ਪਿਆਸ ਲੱਗੀ ਸੀ, ਪਰ ਤੁਹਾਡੇ ਛਕਣ ਦੇ ਯੋਗ ਜਾਣ ਕਰਕੇ ਅਸੀਂ ਇਹਨੂੰ ਪੀਣਾ ਨਹੀਂ ਕੀਤਾ। ਕਹੇ ਰਕਾਬ ਸਤਿਗੁਰੂ ਉਤਾਰੇ, ਤੇ ਗੁਰੂ ਮਾਲਕ ਦੇ ਘੋੜੇ ਦੀ ਰਕਾਬ ਫੜ ਕਰਕੇ ਇਹਨਾਂ ਨੇ ਸਤਿਗੁਰੂ ਜੀ ਨੂੰ ਉਤਾਰਾ ਦਿੱਤਾ। ਤਨ ਕੋ ਬਸਨ ਪ੍ਰਥੀ ਪਰ ਡਾਰੇ, ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੇ ਵਾਸਤੇ ਜਿਹੜੇ ਇਹਨਾਂ ਨੇ ਆਪਣੇ ਤਨ ਦੇ ਬਾਤਰ ਸਨ ਜੀ, ਉਹ ਲਾ ਕਰਕੇ ਹੇਠਾਂ ਗੁਰੂ ਮਾਲਕ ਦਾ ਆਸਣ ਲਾ ਦੇਣਾ ਕੀਤਾ। ਹੱਥ ਜੋੜੇ ਉੱਪਰ ਬੈਠਾਏ, ਹੱਥ ਜੋੜ ਕੇ ਬੇਨਤੀ ਕਰਦਿਆਂ ਸਤਿਗੁਰੂ ਜੀ ਨੂੰ ਬਿਠਾਉਣਾ ਕੀਤਾ। ਪਾਤਨ ਕੋ ਢੂਨਾ ਕਰ ਲਿਆਏ, ਤੇ ਪਤਿਆਂ ਦਾ ਸੁੰਦਰ ਡੂਨਾ ਬਣਾ ਕਰਕੇ ਲਿਆਉਣਾ ਕੀਤਾ। ਤਬ ਰੂਪੇ ਜਲ ਧਰੇ ਉਤਾਰਾ, ਤਦ ਫਿਰ ਭਾਈ ਰੂਪੇ ਨੇ ਉਹ ਜੰਡ ਦੇ ਨਾਲੋਂ ਜਲ ਉਤਾਰਨਾ ਕੀਤਾ। ਭਰ ਢੂਨਾ ਸਾਧੂ ਕਰ ਧਾਰਾ, ਤੇ ਡੂਨਾ ਭਰ ਕਰਕੇ ਭਾਈ ਸਾਧੂ ਨੇ ਹੱਥ ਵਿੱਚ ਲੈਣਾ ਕੀਤਾ। ਸ੍ਰੀ ਹਰਿ ਗੋਬਿੰਦ ਕੋ ਪਕਰਾਇਓ, ਗੁਰੂ ਹਰਗੋਬਿੰਦ ਮਹਾਰਾਜ ਸਤਿਗੁਰੂ ਜੀ ਨੂੰ ਫੜਾਉਣਾ ਕੀਤਾ। ਕਰਿਓ ਭਾਨ ਪੁਨ ਬਾ ਕੇ ਹਲਾਇਓ, ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਜਲ ਛਕਿਆ ਤੇ ਜਲ ਛਕ ਕਰਕੇ ਕਹਿਣਾ ਕੀਤਾ। ਜਲ ਐਸੋ ਕਬ ਪੀਓ ਨ ਆਗੇ, ਕਹਿਣ ਲੱਗੇ ਕਿ ਭਾਈ ਸਾਧੂ ਭਾਈ ਰੂਪਿਆ, ਇਹੋ ਜਿਹਾ ਜਲ ਅਸੀਂ ਅੱਗੇ ਕਦੀ ਨਹੀਂ ਪੀਤਾ, ਜਿਹੋ ਜਿਹਾ ਜਲ ਤੁਸੀਂ ਸਾਨੂੰ ਪਿਆਇਆ ਹੈ। ਕਿਨਹੂ ਨਾ ਦੇਨ ਸਕਾਰੇ ਅਨੁਰਾਗੇ, ਕਹਿੰਦੇ ਕਦੀ ਕਿਸੇ ਨੇ ਇਸ ਤਰ੍ਹਾਂ ਦੇ ਨਾਲ ਪਿਆਰ ਕਰਕੇ ਸਾਨੂੰ ਜਲ ਨਹੀਂ ਦਿੱਤਾ, ਜਿਹੋ ਜਿਹਾ ਜਲ ਤੁਸਾਂ ਛਕਾਇਆ ਹੈ। ਅਦਕ ਤ੍ਰਿਖਾ ਕਰ ਭਾਨ ਮਿਟਾਈ, ਕਹਿੰਦੇ ਬੜੀ ਭਾਰੀ ਪਿਆਸ ਲੱਗੀ ਸੀ, ਤੁਸੀਂ ਸਾਨੂੰ ਜਲ ਛਕਾ ਕੇ ਪਿਆਸ ਮਿਟਾਈ ਹੈ। ਅਬ ਤੁਮ ਪੀਓ ਜੀਓ ਸੁਖਦਾਈ, ਤੇ ਕਹਿੰਦੇ ਹੁਣ ਤੁਸੀਂ ਵੀ ਪਿਤਾ ਪੁੱਤਰ ਛਕੋ ਤੇ ਸੁਖ ਦੇ ਨਾਲ ਜਿਉਂਦੇ ਰਹਿਣਾ ਕਰੋ। ਕਿਵੇਂ ਅਰ ਸ਼ੋਰੇ ਮੈਂ ਧਰ ਰਾਖਾ, ਕਹਿੰਦੇ ਜਿਵੇਂ ਸਰਦ ਰੁੱਤ ਦੇ ਵਿੱਚ ਜਾਂ ਸ਼ੋਰੇ ਦੇ ਵਿੱਚ ਜਲ ਰੱਖਿਆ ਹੁੰਦਾ ਹੈ, ਅਤ ਸੀਤਲ ਕਰਬੇ ਅਬਲਾਖਾ, ਤੇ ਕਹਿੰਦੇ ਠੰਡਾ ਕਰਨ ਵਾਸਤੇ ਜਿਵੇਂ ਅਬਲਾਖਾ ਰੱਖ ਕਰਕੇ ਇਸ ਤਰ੍ਹਾਂ ਜਲ ਰੱਖਦੇ ਆ ਨਾ, ਕਹਿੰਦੇ ਉਵੇਂ ਤੁਸੀਂ ਸਾਨੂੰ ਇਹ ਸੁੰਦਰ ਠੰਡਾ ਜਲ ਛਕਾਇਆ ਹੈ। ਪੁਰਾਤਨ ਸਮੇਂ ਦੇ ਅੰਦਰ ਪੋਹ ਦੇ ਵਿੱਚ ਰਾਤ ਨੂੰ ਸਫਾਲੀਆਂ ਵਿੱਚ ਪਾਣੀ ਜਮਾ ਕੇ ਖਾਤਿਆਂ ਵਿੱਚ ਇਕੱਠਾ ਕਰਕੇ ਦੱਬ ਛੱਡਦੇ ਹੁੰਦੇ ਸਨ, ਤੇ ਉਨਾਲ ਦੇ ਵਿੱਚ ਪਾਣੀ ਠਾਰਨ ਵਾਸਤੇ ਤੇ ਕੁਲਫੀਆਂ ਜਮਾਉਣ ਲਈ ਉਹ ਵਰਤਦੇ ਹੁੰਦੇ ਸਨ। ਤੇ ਅੱਜ ਵੀ ਤੁਸੀਂ ਦੇਖੋ, ਜਦੋਂ ਅਸੀਂ ਕੱਚਾ ਬਰਤਨ ਘੜਾ ਲੈ ਕਰਕੇ ਜਲ ਰੱਖੀਏ ਜੀ, ਉਹਦੇ ਵਿੱਚ ਬਰਫ਼ ਪਾਉਣ ਦੀ ਲੋੜ ਨਹੀਂ ਪੈਂਦੀ, ਉਹ ਜਲ ਉਸੇ ਤਰ੍ਹਾਂ ਦੇ ਨਾਲ ਐ ਠੰਡਾ ਸ਼ੀਤਲ ਹੋ ਜਾਂਦਾ ਹੈ। ਤੇ ਜਿਹੜਾ ਜਲ ਲੋਆਂ ਨਾਲ ਲੱਗ ਕੇ ਜੰਡ ਦੇ ਹੇਠਾਂ ਲਟਕਾਇਆ ਹੋਇਆ ਜਲ ਭਾਈ ਰੂਪੇ ਤੇ ਭਾਈ ਸਾਧੂ ਨੇ ਛਕਾਇਆ ਹੈ, ਗੁਰੂ ਮਾਲਕ ਤੁਰਟ ਕੇ ਕਹਿੰਦੇ ਨੇ ਕਿ ਇਹੋ ਜਿਹਾ ਜਲ ਕਦੀ ਨਹੀਂ ਸਾਨੂੰ ਕਿਸੇ ਨੇ ਛਕਾਇਆ, ਜਿੰਨਾ ਜਲ ਤੁਸੀਂ ਠੰਡਾ ਕਰਕੇ ਸਾਨੂੰ ਛਕਾਉਣਾ ਕੀਤਾ ਹੈ। ਇਸ ਜਲ ਸਮ ਹਮ ਕਬਹੂ ਨ ਪੀਓ, ਇਸ ਜਲ ਵਰਗਾ ਜਲ ਅਸੀਂ ਕਦੀ ਨਹੀਂ ਪੀਤਾ ਹੈ। ਬਾਰ ਸਰਾਹਨ ਕੀਓ, ਬਾਰ ਸਤਿਗੁਰੂ ਜੀ ਨੇ ਇਹਨਾਂ ਦੀ ਸੇਵਾ ਦੀ ਸਲਵਤਾ ਕੀਤੀ। ਪਿਤਾ ਪੁੱਤਰ ਗੁਰ ਆਏ ਸਿਪਾਹੀ, ਪਿਤਾ ਤੇ ਪੁੱਤਰ ਨੇ ਗੁਰੂ ਕੀ ਆਗਿਆ ਪਾ ਕਰਕੇ ਕਰਿਓ ਭਾਨ ਜਲ ਤ੍ਰਿਖਾ ਮਿਟਾਈ, ਗੁਰੂ ਮਾਲਕ ਸੱਚੇ ਪਾਤਸ਼ਾਹ ਜੀ ਦੇ ਆਗਿਆ ਅਨੁਸਾਰ ਜਲ ਛਕਿਆ
ਤੇ ਆਪਣੀ ਪਿਆਸ ਮਿਟਾਉਣਾ ਕੀਤੀ। ਹਰਖਤ ਪਾਉਣ ਕਰਨ ਪੁੰਨ ਲਾਗੇ, ਬੜੀ ਪ੍ਰਸੰਨਤਾ ਦੇ ਨਾਲ ਹਵਾ ਗੁਰੂ ਮਾਲਕ ਨੂੰ ਝੱਲਣ ਲੱਗੇ। ਪੂਰਬ ਜਨਮ ਪੁੰਨ ਜਿਨ ਜਾਗੇ, ਜਿਨ੍ਹਾਂ ਦੇ ਪੂਰਬਲੇ ਵੱਡੇ ਭਾਗਾਂ ਨੇ ਜਾਗਣਾ ਕੀਤਾ ਹੈ। ਪੂਰਬਲੇ ਜਨਮ ਜਿਹੜੇ ਦੇ ਭਾਗ ਇਹਨਾਂ ਦੇ ਜਾਗਣਾ ਕੀਤੇ। ਦੋਹਰਾ ਸਾਧੂ ਧਾਰਿਆ ਨਾ ਦਿਉਰ, ਮਹਾਰਾਜ ਕਿਸ ਥਾਨ। ਤੇ ਭਾਈ ਸਾਧੂ ਜੀ ਬੜਾ ਹਿਰਦੇ ਦੇ ਵਿੱਚ ਆਨੰਦ ਧਾਰਨ ਕਰਦਿਆਂ ਹੋਇਆਂ ਕਹਿਣ ਲੱਗਾ, ਹੇ ਮਹਾਰਾਜ ਸੱਚੇ ਪਾਤਸ਼ਾਹ ਜੀਓ, ਵਿਚਰਤ ਹੁਤੇ ਸਮੀਪ ਕਿਤ, ਕੀਨ ਪਾਨ ਜਲ ਆਨ। ਪਾਤਸ਼ਾਹ ਕਿਸ ਥਾਂ ਤੇ ਤੁਸੀਂ ਵਿਚਰ ਰਹੇ ਸੀ? ਕਿਤੇ ਨੇੜੇ ਤੇੜੇ ਵੀ ਤੁਸੀਂ ਇੱਥੇ ਆ ਕਰਕੇ ਜਲ ਛਕਿਆ ਹੈ? ਚੌਪਈ ਉਚਿਤ ਆਪ ਕੇ ਹਮਨੇ ਜਾਨਾ, ਅਸੀਂ ਤੇ ਤੁਹਾਡੇ ਇਹ ਜਲ ਉਚਿਤ ਜਾਣ ਕਰਕੇ ਤੁਮ ਹਿਤ ਧਰਿਓ ਕੀਓ ਨਹਿ ਪਾਨਾ। ਤੁਹਾਡੇ ਹਿੱਤ ਰੱਖ ਲਿਆ, ਅਸੀਂ ਛਕਣਾ ਨਹੀਂ ਕੀਤਾ। ਕਿਰਪਾ ਧਾਰ ਕਰ ਪੁਰਵੀ ਆਸ, ਪਰ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਸਾਡੀ ਇਹ ਆਸ ਪੂਰੀ ਕੀਤੀ ਹੈ। ਦਾਸ ਜਾਣ ਕਰ ਪਹੁੰਚੇ ਪਾਸ, ਸਾਨੂੰ ਆਪਣੇ ਦਾਸ ਜਾਣ ਕਰਕੇ ਆਪ ਜੀ ਨੇ ਪਹੁੰਚਣਾ ਕੀਤਾ। ਸੁਣ ਸਤਿਗੁਰੂ ਬਿਰਤਾਂਤ ਬਖਾਨਾ, ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਸੁਣ ਕੇ ਕਹਿਣਾ ਕੀਤਾ। 30 ਕੋਸ ਹਮ ਕੀਨ ਪਿਆਨਾ, ਕਹਿਣ ਲੱਗੇ ਭਾਈ ਸਾਧੂ 30 ਕੋਹ ਦੀ ਦੂਰੀ ਤੈਅ ਕਰਕੇ ਆਏ ਹਾਂ, ਧਾਏ ਪੀਵਨ ਨੀਰ ਤੁਮਾਰਾ। ਤੇ ਤੁਹਾਡਾ ਇਹ ਜਲ ਛਕਣ ਵਾਸਤੇ ਅਸੀਂ ਬੜੀ ਤੇਜ਼ੀ ਦੇ ਨਾਲ ਆਉਣਾ ਕੀਤਾ। ਜੇਠ ਦੁਪਹਿਰੀ ਅਬ ਕਛ ਢਾਰਾ, ਤੇ ਇਹ ਜੇਠ ਮਹੀਨੇ ਦਾ ਦੁਪਹਿਰੀ ਦਾ ਸਮਾਂ ਜਿਹੜਾ ਜੇ ਹੁਣ ਕੁਝ ਕੀ ਢਲਿਆ ਹੈ, ਪਰ ਕਹਿੰਦੇ ਤਪਤ ਦੇ ਸਮੇਂ ਦੇ ਵਿੱਚ ਤੁਹਾਡੇ ਪਿਆਰ ਦੀ ਖਿੱਚ ਕਰਕੇ ਅਸੀਂ ਆਏ ਹਾਂ। ਕਹਿਣ ਲੱਗੇ 30 ਕੋਹ ਦਾ ਪੈਂਡਾ ਤੈਅ ਕੀਤਾ ਹੈ। ਕਾਰਤਿਕ ਖਾਨਨ ਕੀ ਅਬ ਤਿਆਗੋ, ਹੁਣ ਜਾਤੀ ਕਰਕੇ ਤਰਖਾਣ ਸਨ, ਲੱਕੜਾਂ ਕੱਟ ਕੇ ਉਹ ਵੇਚ ਕੇ ਗੁਜ਼ਾਰਾ ਕਰਦੇ ਸੀ। ਤੇ ਗੁਰੂ ਮਾਲਕ ਨੇ ਤੁਰਟ ਕੇ ਕਿਹਾ, ਕਹਿਣ ਲੱਗੇ ਭਾਈ ਸਾਧੂ ਹੁਣ ਇਹ ਜਿਹੜੀ ਆਪਣੀ ਕਾਰ ਹੈ ਨਾ ਜੀ, ਕਹਿੰਦੇ ਇਹਨੂੰ ਤਿਆਗ ਦੇਣਾ ਕਰੋ। ਕਰਹੋ ਦੇਗ ਗੁਰ ਕੀ ਅਨਰਾਗੋ, ਹੁਣ ਪਿਆਰ ਰੰਗ ਦੇ ਵਿੱਚ ਭੇਜ ਕੇ ਗੁਰੂ ਕੀ ਦੇਗ ਕਰਨਾ ਕਰੋ, ਗੁਰੂ ਕੇ ਲੰਗਰ ਦੀ ਸੇਵਾ ਕਰੋ। ਹਮ ਪ੍ਰਸੰਨ ਬਰ ਜਾਚਨ ਕੀਜੈ, ਸਤਿਗੁਰੂ ਕਹਿੰਦੇ ਅਸੀਂ ਤੁਹਾਡੇ ਤੇ ਬੜੇ ਪ੍ਰਸੰਨ ਹਾਂ, ਕੁਝ ਮੰਗ ਲੈਣਾ ਕਰੋ। ਅਬਲਾਖਤ ਸੁਖ ਪਾਏ ਸੋ ਲੀਜੈ, ਜੋ ਵੀ ਤੁਹਾਡੀ ਅਬਲਾਖਾਂ ਹੈ ਉਹ ਮੰਗ ਲੈਣਾ ਕਰੋ, ਸੁਖ ਪ੍ਰਾਪਤ ਕਰੋ। ਪਿਤਾ ਪੁੱਤਰ ਕਰ ਜੋਰੇ ਉਚਾਰੇ, ਭਾਈ ਸਾਧੂ ਤੇ ਭਾਈ ਰੂਪੇ ਦੋਨੋਂ ਪਿਤਾ ਪੁੱਤਰ ਨੇ ਹੱਥ ਜੋੜ ਕੇ ਕਹਿਣਾ ਕੀਤਾ, ਆਨੇ ਆਪਣੇ ਦਾਸ ਉਦਾਰੇ। ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਆ ਕਰਕੇ ਆਪਣੇ ਦਾਸਾਂ ਦਾ ਉਧਾਰ ਕੀਤਾ ਹੈ। ਇਹੋ ਨਿਜ ਸਿੱਖੀ ਕੋ ਅਬਦਾਨ, ਬਸ ਕੇਵਲ ਆਪਣੀ ਸਿੱਖੀ ਦਾ ਦਾਨ ਬਖਸ਼ਣਾ ਕਰੋ। ਜਿਸ ਤੇ ਜਨਮ ਮਰਨ ਦੁਖ ਹਾਨ, ਜਿਹਦੇ ਸਦਕਾ ਜੰਮਣ ਤੇ ਮਰਨ ਦਾ ਦੁੱਖ ਨਾਸ ਹੋ ਜਾਣਾ ਕਰੇ। ਤੁਮਰੇ ਚਰਨਨ ਕੋ ਹੋਏ ਪ੍ਰੇਮ, ਬਸ ਤੁਹਾਡੇ ਚਰਨਾਂ ਦਾ ਪ੍ਰੇਮ ਹੀ ਬਣਨਾ ਕਰੇ। ਵਿਸਰੇ ਨਹਿ ਕਬ ਦਾਤਾ ਸ਼ੇਮ, ਤੇ ਮੁਕਤੀ ਦਾਤਾ ਸਤਿਗੁਰੂ ਮਾਲਕ ਤੁਹਾਡਾ ਚੇਤਾ ਤੁਹਾਡੀ ਯਾਦ ਨਾ ਕਦੇ ਵਿਸਰੇ। ਬਸ ਇਹ ਦਾਤ ਸਾਨੂੰ ਬਖਸ਼ਣਾ ਕਰੋ, ਸਿੱਖੀ ਦਾਨ ਦਿਓ। ਮਾਲਕਾ ਤੁਹਾਡੇ ਚਰਨਾਂ ਨਾਲ ਪ੍ਰੇਮ ਬਣਿਆ ਰਹੇ ਤੇ ਮੁਕਤੀ ਦਾਤਾ ਕਲਿਆਣ ਦਾਤਾ ਮਾਲਕ ਕਦੀ ਵਿਸਰੇ ਨਾ। ਜੋ ਤੁਮ ਟਹਿਲ ਦੇ ਹੋ ਹਮ ਤਾਈ, ਤੇ ਜੋ ਤੁਸੀਂ ਸਾਨੂੰ ਟਹਿਲ ਦਿੰਦੇ ਹੋ, ਕਰਹੇ ਦੇਗ ਨਿਤ ਬਨੋ ਸਹਾਈ। ਨਿਤਾ ਪ੍ਰਤੀ ਪਾਤਸ਼ਾਹ ਕਰਾਂਗੇ ਜੇ ਤੁਸੀਂ ਸਹਾਇਕ ਬਣੋ, ਤੁਸੀਂ ਸਹਾਇਤਾ ਕਰਿਓ। ਇਹ ਦੇਗ ਅਸੀਂ ਨਿਤਾ ਪ੍ਰਤੀ ਕਰਾਂਗੇ। ਅਪਰਨਾ ਬਾਸ਼ਾ ਹਮਰੇ ਕੋਈ, ਹੋਰ ਸਾਡੇ ਅੰਦਰ ਕੋਈ ਚਾਹੁੰਦਾ ਨਹੀਂ ਹੈ। ਕਰਹੇ ਅਚਾਵਨ ਦੇਹੋ ਤੁਮ ਜੋਈ। ਗੁਰੂ ਪਾਤਸ਼ਾਹ ਮਹਾਰਾਜ ਜੋ ਤੁਸੀਂ ਦਿਓਗੇ ਉਹੀ ਛਕਾਉਣਾ ਕਰਾਂਗੇ। ਹੋਰ ਮੈਂ ਗੁਰ ਸਿੱਖਿਆ ਹੈ ਨਾ ਮੂੜੇ, ਸੱਚੇ ਪਾਤਸ਼ਾਹ ਮਹਾਰਾਜ ਨਗਰ ਦੇ ਵਿੱਚ ਕੋਈ ਬਹੁਤੇ ਸਿੱਖ ਨਹੀਂ ਰਹਿੰਦੇ। ਨਗਰ ਦੇ ਲੋਕ ਜਿਹੜੇ ਨੇ ਉਹਨਾਂ ਦੀ ਮੱਤ ਗੁਰੂ ਵਾਲੀ ਨਹੀਂ ਆ, ਕਿਉਂਕਿ ਕਬਰ ਦੇ ਪੁਜਾਰੀ ਸਨ ਜੀ, ਸੁਲਤਾਨ ਦੇ ਇੱਥੇ ਲੋਕ ਪੁਜਾਰੀ ਸਨ। ਇਲਾਕਾ ਹੀ ਬੜਾ ਭਾਰੀ ਇਸ ਤਰ੍ਹਾਂ ਕਬਰਾਂ ਦੇ ਪੂਜਣ ਵਾਲਾ ਸੀ। ਤੇ ਕਹਿਣ ਲੱਗੇ ਮਾਲਕਾ ਇਹ ਲੋਕ ਮੂਰਖ ਨੇ, ਗੁਰੂ ਕੇ ਸਿੱਖੀ ਵਾਲੇ ਨਹੀਂ ਹਨ। ਮਤ ਸਰੇ ਅਗਨ ਜਰੇ ਨਿਤ ਕੂੜੇ, ਇਹ ਬੜੇ ਭਾਰੀ ਈਰਖਾ ਰੂਪੀ ਅਗਨੀ ਦੇ ਵਿੱਚ ਜਲਦੇ ਨੇ, ਨਿਤਾ ਪ੍ਰਤੀ ਝੂਠ ਬੋਲਦੇ ਨੇ, ਬੜੀ ਈਰਖਾ ਕਰਨ ਵਾਲੇ ਹਨ। ਤਿਨ ਮੋਹ ਬਾਸ ਹੈ ਦੁਖਿਆਰਾ, ਤੇ ਪਾਤਸ਼ਾਹ ਇਹਨਾਂ ਦੇ ਵਿੱਚ ਵਾਸਾ ਜਿਹੜਾ ਹੈ ਨਾ ਬੜਾ ਦੁਖਦਾਇਕ ਹੈ।
ਇਹਨਾਂ ਦੇ ਵਿੱਚ ਵਾਸਾ ਠੀਕ ਨਹੀਂ ਹੈ। एक अलग तुम हो अलंब तुम हो हमारा, ਬਸ ਤੁਸੀਂ ਇੱਕੋ ਇੱਕ ਸਾਡਾ ਆਸਰਾ ਹੋ। जिम राखो तिम रहे गुसाई, ਇਹ ਜਗਤ ਦੇ ਮਾਲਕਾ ਜਿਵੇਂ ਤੁਸੀਂ ਰੱਖੋਗੇ ਉਵੇਂ ਰਵਾਂਗੇ। बिना सेव अपरना चतुराई, ਬਿਨਾਂ ਸੇਵਾ ਤੋਂ ਸਾਡੇ ਕੋਲ ਹੋਰ ਕੋਈ ਚਤੁਰਾਈ ਨਹੀਂ ਹੈ। सुन सतगुर दे धीरज कहे, ਸਤਿਗੁਰੂ ਜੀ ਸੁਣ ਕੇ ਧੀਰਜ ਦਿੰਦਿਆਂ ਕਹਿਣ ਲੱਗੇ, नर दोखी तुमरे न रहे, ਕਹਿਣ ਲੱਗੇ ਭਾਈ ਸਾਧੂ ਤੇ ਭਾਈ ਰੁਪਿਆ ਤੁਹਾਡਾ ਕੋਈ ਦੋਖੀ ਨਹੀਂ ਰਵੇਗਾ। उजड़ जाएगो ग्राम बहाना, ਇਹ ਗ੍ਰਾਮ ਉਜੜ ਜਾਵੇਗਾ। रचो ग्राम अपनो शुभ थाना, ਆਪਣਾ ਸੁੰਦਰ ਥਾਨ ਨਗਰ ਰਚਨਾ ਕਰੋ। वधे बंस तेरो तह रहे, ਜਿੱਥੇ ਤੁਹਾਡੀ ਬੰਸ ਵਧੇਗੀ ਤੁਹਾਡੀ ਬੰਸ ਰਵੇਗੀ। बहुत बड़ाई बिदत सुलहे, ਬਹੁਤ ਵਡਿਆਈ ਪ੍ਰਾਪਤ ਹੋਵੇਗੀ, ਜਗਤ ਵਿੱਚ ਪ੍ਰਸਿੱਧ ਹੋਵੇਗੀ। सुन गुर ते साधु पुर गयो, ਗੁਰੂ ਮਾਲਕ ਦੇ ਕੋਲੋਂ ਇਹ ਬਖਸ਼ਿਸ਼ ਲੈ ਕਰਕੇ ਭਾਈ ਸਾਧੂ ਨੇ ਨਗਰ ਵੱਲ ਜਾਣਾ ਕੀਤਾ। गुर बिरतंत सब भाखत पयो, ਗੁਰੂ ਦਾ ਬਿਰਤਾਂਤ ਸਾਰਾ ਕਹਿਣਾ ਕੀਤਾ। सुनत भार जायो रहर खाई, ਭਾਈ ਸਾਧੂ ਦੀ ਘਰ ਵਾਲੀ ਭਾਈ ਆਕੁਲ ਦੀ ਧੀ ਗੁਰੂ ਮਾਲਕ ਦੇ ਇਹ ਬਚਨ ਸੁਣ ਕਰਕੇ ਬੜੀ ਪ੍ਰਸੰਨ ਹੋਈ। हित दर्शन पति के संग आई, ਗੁਰੂ ਮਾਲਕ ਦੇ ਦਰਸ਼ਨਾਂ ਵਾਸਤੇ ਆਪਣੇ ਪਤੀ ਦੇ ਨਾਲ ਆਉਣਾ ਕੀਤਾ। देखत ही पायन पर परी, ਦੇਖਦਿਆਂ ਹੀ ਗੁਰੂ ਮਾਲਕ ਦੇ ਚਰਨਾਂ ਤੇ ਢਹਿ ਪਏ धन गुरु हमरी कुल तरी, ਤੇ ਹੱਥ ਜੋੜ ਕੇ ਕਹਿੰਦੀ ਸਤਿਗੁਰੂ ਤੁਸੀਂ ਧੰਨ ਹੋ, ਸਤਿਗੁਰੂ ਤੁਸੀਂ ਧੰਨ ਹੋ, ਸਾਡੀ ਕੁਲ ਤਰ ਗਈ, ਤੁਸੀਂ ਸਾਡੀ ਕੁਲ ਤਾਰ ਦਿੱਤੀ। ਮਾਲਕਾ ਮੇਰੀ ਕੁਲ ਦਾ ਭਲਾ ਕਰ ਦਿੱਤਾ ਹੈ। हम सम दीनन की को सुने, ਮਾਲਕਾ ਸਾਡੇ ਵਰਗੇ ਦੀਨਾਂ ਦੀ ਤੁਹਾਡੇ ਤੋਂ ਬਿਨਾ ਕੌਣ ਸੁਣਨ ਵਾਲਾ ਹੈ। ਮਾਲਕਾ ਤੂੰ ਹੀ ਗਰੀਬਾਂ ਦੀ ਸੁਣਨ ਵਾਲਾ ਹੈ, ਤੂੰ ਹੀ ਗਰੀਬਾਂ ਦਾ ਆਸਰਾ ਹੈ। ਇਸੇ ਲਈ ਪਿਆਰਿਓ ਮਾਲਕ ਦੇ ਪਿਆਰੇ ਕਹਿੰਦੇ ਨੇ ਕੀ ਲੈਣਾ ਵੱਡਿਆਂ ਬਣ ਕੇ ਗੁਰੂ ਨਾਨਕ ਯਾਰ ਗਰੀਬਾਂ ਦਾ। ਪਿਆਰਿਓ ਵਡੱਪਣ ਤੋਂ ਕੁਝ ਨਹੀਂ ਜੇ ਮਿਲਦਾ। ਜੇ ਬਖਸ਼ਿਸ਼ਾਂ ਮਿਲਦੀਆਂ ਨੇ ਤੇ ਨਿਮਰਤਾ ਭਾਵ ਦੇ ਵਿੱਚ ਮਿਲਦੀਆਂ ਨੇ। ਤੇ ਜੇ ਵਡੱਪਣ ਦੀ ਗੱਲ ਕਰੀਏ ਤੇ ਗੁਰੂ ਬਾਬੇ ਨੇ ਕਿਹਾ ਦੇ ਕਦੀ ਧਿਆਨ ਦੇ ਕਿ ਬੜਾ ਵੱਡਾ ਇਹ ਸਿੰਬਲ ਦਾ ਦਰਖਤ ਹੁੰਦਾ ਹੈ, ਭਲਿਆ ਉਹਨੂੰ ਬੜੇ ਫਲ ਤੇ ਫੁੱਲ ਲੱਗਦੇ ਨੇ, ਵਿਸਥਾਰ ਬੜਾ ਹੈ, ਉਹਦੇ ਤੇ ਪੰਛੀ ਬੜੀਆਂ ਆਸਾਂ ਲੈ ਕੇ ਆਉਂਦੇ ਨੇ ਪਰ ਨਿਰਾਸ਼ ਹੋ ਕੇ ਜਾਂਦੇ ਨੇ। ਪਰ ਧਿਆਨ ਰੱਖ ਜੇ ਜੀਵਨ ਦੇ ਅੰਦਰ ਮਹਾਨ ਗੁਣਾਂ ਨੂੰ ਪ੍ਰਾਪਤ ਕਰਨਾ, ਬਖਸ਼ਿਸ਼ਾਂ ਦਾ ਪਾਤਰ ਬਣਨਾ ਤੇ ਨਿਮਰਤਾ ਭਾਵ ਦੇ ਵਿੱਚ ਰਹੀਂ। ਸਿਮਲ ਰੋਕ ਸਰਾਇਰਾ ਅਤ ਦੀਰਘ ਅਤ ਮੁਝ ਓਏ ਜੇ ਆਵੇਂ ਆਸ ਕਰ ਜਾਏ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾ ਆਵੇਂ ਪਤ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਨੀਵਿਆਂ ਨੂੰ ਮਿੱਠੇ ਫਲ ਲੱਗਦੇ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਭਾਈ ਸਾਧੂ ਦੀ ਘਰ ਵਾਲੀ ਬੇਨਤੀ ਕਰਦੀ ਹੈ, ਪਾਤਸ਼ਾਹ ਸਾਡੇ ਵਰਗੇ ਦੀਨਾਂ ਦੀ ਗਰੀਬਾਂ ਦੀ ਕੌਣ ਸੁਣਨ ਵਾਲਾ ਹੈ। ਅਸ ਕਾਰਜ ਰਾਵਰ ਕੋ ਬਨੈ, ਇਹੋ ਜਿਹਾ ਕਾਰਜ ਤੁਹਾਨੂੰ ਹੀ ਬਣ ਆਉਂਦਾ ਹੈ, ਤੁਸੀਂ ਗਰੀਬਾਂ ਦੀ ਲਾਜ ਰੱਖਣ ਵਾਲੇ ਹੋ। ਰੂਪ ਚੰਦ ਕੋ ਹੀਰਨ ਕੀਨਾ, ਗੁਰੂ ਮਾਲਕ ਨੇ ਭਾਈ ਰੂਪ ਚੰਦ ਨੂੰ ਦੇਖਣਾ ਕੀਤਾ। ਬਸਤਰ ਸਹਤਰ ਆਪਣੇ ਗੁਰਦੀਨਾ, ਗੁਰੂ ਮਾਲਕ ਨੇ ਕੁਝ ਆਪਣੇ ਬਸਤਰ ਕੁਝ ਆਪਣੇ ਸ਼ਸਤਰ ਭਾਈ ਰੂਪੇ ਨੂੰ ਦੇਣਾ ਕੀਤਾ। ਗੁਰੂ ਡਰੋਲੀ ਤੇ ਜਬ ਧਾਏ, ਗੁਰੂ ਮਾਲਕ ਜਦੋਂ ਡਰੋਲੀ ਨਗਰ ਤੋਂ ਚੱਲੇ ਸਨ, ਵਿਧੀ ਚੰਦ ਸੁਨ ਜੀਨ ਪਵਾਏ, ਤੇ ਬਾਬਾ ਵਿਧੀ ਚੰਦ ਸਾਹਿਬ ਜੀ ਨੇ ਉਸ ਸਮੇਂ ਘੋੜੇ ਤੇ ਕਾਠੀ ਪਾਉਣਾ ਕੀਤੇ। ਪ੍ਰਬਲ ਤਰੰਗਮ ਤਬਹੂ ਪ੍ਰੇਰਾ, ਸਭ ਤੋਂ ਪਹਿਲਾਂ ਤੇਜ ਘੋੜਾ ਗੁਰੂ ਮਾਲਕ ਨੇ ਜਦੋਂ ਪ੍ਰੇਰਣਾ ਕੀਤਾ। ਕਿਤ ਧਵਾਏ ਕਿਤ ਪੋਇਆ ਸ਼ੋਰਾ, ਕਿਧਰੇ ਬੜੀ ਤੇਜ਼ੀ ਦੇ ਨਾਲ ਜਿਹੜਾ ਪਈਆ ਪਾਇਆ ਪਾਉਣਾ ਕੀਤਾ। ਪੁਨ ਪੈਂਦੇ ਖਾਂ ਸੁਨੇ। ਹੁਣ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੇ ਚੱਲਣ ਤੋਂ ਬਾਅਦ ਬਾਬਾ ਵਿਧੀ ਚੰਦ ਸਾਹਿਬ ਵੀ ਪਿੱਛੇ ਚੱਲੇ ਸਨ ਕਿ ਗੁਰੂ ਮਾਲਕ ਅਚਾਨਕ ਕਿਧਰੇ ਤੁਰ ਪਏ। ਉਹਨਾਂ ਤੋਂ ਬਾਅਦ ਇਸੇ ਤਰ੍ਹਾਂ ਦੇ ਨਾਲ ਪੈਂਦੇ ਖਾਨ ਨੂੰ ਜਦੋਂ ਪਤਾ ਲੱਗਾ, ਉਹ ਵੀ ਤੁਰੰਤ ਸਵਾਰ ਹੋਇਆ ਵੀ ਗੁਰੂ ਮਾਲਕ ਅਚਾਨਕ ਕਿੱਥੇ ਗਏ ਹਨ। ਚੜੇ ਤੁਰਤ ਸ਼ਾਸਤਰਨ ਕੇ ਸਨੇ, ਤੇ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਗੁਰੂ ਕੇ ਪਿਆਰੇ ਸ਼ਸਤਰਾਂ ਦੇ ਸਹਿਤ ਚੜੇ ਸਨ। ਸੋਝੀ ਨਹੀਂ ਗੁਰੂ ਕਿਤ ਗਏ, ਤੇ ਕਿਉਂਕਿ ਪਤਾ ਨਹੀਂ ਸੀ, ਸੋਝੀ ਨਹੀਂ ਸੀ ਵੀ ਗੁਰੂ ਕਿੱਥੇ ਗਏ ਹਨ। ਸੁਣ ਸੁਣ ਸੁਭਟੇ ਅਰੂਢਤ ਭਏ, ਸੁਣ ਸੁਣ ਕੇ ਗੁਰੂ ਕੇ ਸੂਰਮੇ ਬਾਅਦ ਵਿੱਚ ਅਸਵਾਰ ਹੋ ਕੇ ਚੱਲੇ ਸਨ। ਨੈ ਕੋ ਕਿਸਹੂ ਸੰਗ ਮਿਲਾਵੇ, ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਅੱਗੇ ਅੱਗੇ ਤੇ ਪਿੱਛੇ
ਜਿਵੇਂ ਜਿਵੇਂ ਸਿੱਖਾਂ ਸੂਰਮਿਆਂ ਨੂੰ ਪਤਾ ਲੱਗਦਾ ਸੀ ਉਹ ਵੀ ਚੱਲੀ ਜਾਂਦੇ ਸਨ। ਕੋਈ ਇੱਕ ਦੂਜੇ ਨੂੰ ਆਪਣੇ ਨਾਲ ਵੀ ਨਹੀਂ ਸੀ ਮਿਲਾ ਰਿਹਾ। ਹਰੇਕ ਨੂੰ ਖਿੱਚ ਸੀ ਵੀ ਦੇਖੀਏ ਸੀ ਗੁਰੂ ਮਾਲਕ ਅਚਾਨਕ ਕਿੱਥੇ ਚਲੇ ਗਏ ਹਨ। ਖੋਜ ਦੇਖ ਕਰ ਹੈਨ ਤਵਾਵੈ, ਬਸ ਖੋਜਦਿਆਂ ਦੇਖਦਿਆਂ ਆਪਣੇ ਘੋੜੇ ਨੂੰ ਤੇਜ਼ ਭਜਾਉਂਦੇ ਸਨ। ਆਗੇ ਪਾਛੇ ਲੇਹਾ ਦੇਹੋ, ਇਸੇ ਤਰ੍ਹਾਂ ਅੱਗੇ ਪਿੱਛੇ ਇੱਕ ਦੂਜੇ ਦੇ ਚਲੀ ਜਾਂਦੇ ਹਨ। ਆਵਤ ਚਮੋ ਚੱਡੀ ਗੁਰ ਨੇ ਹੋ, ਇਉਂ ਗੁਰੂ ਕੇ ਪਿਆਰ ਦੇ ਵਿੱਚ ਗੁਰੂ ਦਾ ਵੱਡਾ ਦਲ ਵੀ ਪਿੱਛੇ ਆਇਆ ਹੈ। ਪੁਸ਼ਕ ਰਹੇ ਦਿਨ ਵਿਧਿਆ ਆਇਓ, ਤੇ ਕੁਝ ਕੀ ਦਿਨ ਰਹਿਣ ਤੇ ਭਾਈ ਬਿਧੀ ਚੰਦ ਸਾਹਿਬ ਜੀ ਆਏ ਸਨ। ਦਰਸ ਦੇਖ ਕਰ ਸੀਸ ਨਿਵਾਇਓ, ਗੁਰੂ ਮਾਲਕ ਦੇ ਦਰਸ਼ਨ ਕਰਕੇ ਸੀਸ ਝੁਕਾਉਣਾ ਕੀਤਾ। ਨਿਜ ਸਿੱਖਣ ਸੰਗ ਬਾਕ ਬਖਾਨਤ, ਤੇ ਆਪਣੇ ਸਿੱਖਾਂ ਦੇ ਨਾਲ ਸਤਿਗੁਰੂ ਜੀ ਬਚਨ ਬਿਲਾਸ ਕਰ ਰਹੇ ਸਨ। ਇਨ ਹਿਤ ਧਾਏ ਹਿਰਦੇ ਪਛਾਨਤ, ਤੇ ਭਾਈ ਬਿਧੀ ਚੰਦ ਸਾਹਿਬ ਜੀ ਨੇ ਪਛਾਣਿਆ ਵੀ ਇਹਨਾਂ ਦੇ ਵਾਸਤੇ ਸਤਿਗੁਰੂ ਜੀ ਆਏ ਨੇ, ਇਹਨਾਂ ਦੇ ਨਾਲ ਬਚਨ ਬਿਲਾਸ ਕਰ ਰਹੇ ਹਨ। ਮਹਾਰਾਜ ਏਕਲ ਹੀ ਆਏ, ਤੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਤੁਸੀਂ ਇਕੱਲੇ ਹੀ ਆ ਜਾਣਾ ਕੀਤੇ। ਤੁਰਤ ਚੜਿਓ ਮੈਂ ਨਹਿਰ ਦਰਸਾਏ, ਤੇ ਪਾਤਸ਼ਾਹ ਤੁਰੰਤ ਮੈਂ ਤੁਹਾਡੇ ਤੋਂ ਬਾਅਦ ਨਾਲ ਹੀ ਘੋੜੇ ਤੇ ਸਵਾਰ ਹੋ ਗਿਆ, ਫਿਰ ਤੁਸੀਂ ਦਿਖਾਈ ਨਹੀਂ ਦਿੱਤੇ। ਇਹ ਕਿੱਧਰ ਚਲੇ ਗਏ ਹੋ ਮਾਲਕਾ? ਉਸੇ ਵੇਲੇ ਤੇ ਮੈਂ ਘੋੜੇ ਤੇ ਸਵਾਰ ਹੋ ਗਿਆ ਸਾਂ। ਸਤਿਗੁਰ ਕਹਿਓ ਨਾ ਮੈਂ ਤੇ ਆਵਤ, ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿੰਦੇ ਬਿਧੀ ਚੰਦ ਜੀ ਜੇਕਰ ਇਸ ਸਮੇਂ ਦੇ ਵਿੱਚ ਇੱਧਰ ਮੈਂ ਨਾ ਆਉਂਦਾ, ਸਿੱਖਨ ਪ੍ਰਾਨ ਅੰਤ ਹੋਏ ਜਾਵਤ, ਤੇ ਮੇਰੇ ਸਿੱਖਾਂ ਦੇ ਪ੍ਰਾਣਾਂ ਦਾ ਅੰਤ ਹੋ ਜਾਣਾ ਸੀ। ਆਖੋ ਸਤਨਾਮ। ਗੁਰੂ ਮਾਲਕ ਨੇ ਆਪਣੇ ਪਿਆਰਿਆਂ ਦੇ ਹਿੱਤ ਇੰਨੀ ਤੇਜ਼ੀ ਦੇ ਨਾਲ ਪਿਆਰਿਓ ਆਉਣਾ ਕੀਤਾ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਬਾਬਾ ਬਿਧੀ ਚੰਦ ਸਾਹਿਬ ਨੂੰ ਕਹਿੰਦੇ ਨੇ, ਕਹਿੰਦੇ ਮੇਰੇ ਪਿਆਰਿਆਂ ਦੇ ਪ੍ਰਾਣਾਂ ਦਾ ਅੰਤ ਹੋ ਜਾਣਾ ਸੀ। ਇਨਹੂ ਬਾਰਨ ਕੇ ਹਿਤ ਧਾਏ, ਇਹਨਾਂ ਦੇ ਬਚਾਉਣ ਵਾਸਤੇ ਮੈਂ ਆਉਣਾ ਕੀਤਾ। ਜੇਠ ਦੁਪਹਿਰੀ ਮੈਂ ਉਤਲਾਏ, ਇਸ ਵਾਸਤੇ ਇਸ ਜੇਠ ਦੁਪਹਿਰੇ ਦੇ ਸਮੇਂ ਦੇ ਵਿੱਚ ਬੜਾ ਭਾਰੀ ਮੈਂ ਉਤਲਾਉਣਾ ਕੀਤਾ ਇਹਨਾਂ ਦੇ ਪ੍ਰੇਮ ਦੇ ਖਿੱਚ ਸਦਕਾ। ਦਇਆ ਸਿੰਧ ਤਹ ਤੇ ਚੜ ਚਾਲੇ, ਗੁਰੂ ਪਾਤਸ਼ਾਹ ਮਹਾਰਾਜ ਦਇਆ ਦੇ ਸਮੁੰਦਰ ਤੇ ਇਸ ਪਾਸਿਓਂ ਉਸ ਸਮੇਂ ਅਚਾਨਕ ਇਵੇਂ ਜਦੋਂ ਚੱਲਣਾ ਕੀਤਾ, ਸਾਧੂ ਸੁਤ ਬਨਤਾ ਜੁਤ ਨਾਲੇ। ਹੁਣ ਭਾਈ ਸਾਧੂ ਤੇ ਇਹਦਾ ਪੁੱਤਰ ਭਾਈ ਰੂਪਾ ਤੇ ਭਾਈ ਸਾਧੂ ਦੀ ਪਤਨੀ, ਇਹ ਵੀ ਹੁਣ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੇ ਨਾਲ ਹਨ। ਗੁਰ ਕੇ 76 72 ਜੋ ਲੀਏ, ਜੋ ਗੁਰੂ ਮਾਲਕ ਨੇ ਆਪਣੇ ਸ਼ਸਤਰ ਤੇ ਬਸਤਰ ਇਹਨਾਂ ਨੂੰ ਬਖਸ਼ਣਾ ਕੀਤਾ, ਸੋ ਸੁਧਾਰ ਸਿਰ ਧਾਰਨ ਕੀਏ। ਉਹਨਾਂ ਨੂੰ ਸੰਭਾਲ ਕੇ ਨਾ ਜੀ ਭਾਈ ਰੂਪੇ ਨੇ ਆਪਣੇ ਸਿਰ ਤੇ ਰੱਖ ਲੈਣਾ ਕੀਤਾ। ਚਲਤ ਸੰਗ ਮੈਂ ਪ੍ਰਭੂ ਨਿਹਾਰੇ, ਤੇ ਗੁਰੂ ਮਾਲਕ ਨੇ ਚਲਦਿਆਂ ਚਲਦਿਆਂ ਭਾਈ ਰੂਪੇ ਨੂੰ ਦੇਖਣਾ ਕੀਤਾ। ਕਿਰਪਾ ਸਹਿਤ ਬਿਗ ਸੰਤੇ ਉਚਾਰੇ, ਤੇ ਕਿਰਪਾ ਦੇ ਸਹਿਤ ਮੁਸਕਰਾ ਕੇ ਸਤਿਗੁਰੂ ਜੀ ਕਹਿਣ ਲੱਗੇ, ਰੂਪ ਚੰਦ ਤੈ ਬਸਤਰ ਨਾ ਪਾਏ। ਕਹਿੰਦੇ ਭਾਈ ਰੂਪ ਚੰਦ ਇਹ ਬਸਤਰ ਤੂੰ ਪਾਏ ਕਿਉਂ ਨਹੀਂ ਹੈ? ਇਹ 76 ਜੋ ਅੰਗ ਨਾ ਲਾਏ, ਜਿਹੜੇ ਤੈਨੂੰ ਸ਼ਸਤਰ ਦਿੱਤੇ ਨੇ ਇਹ ਤੂੰ ਆਪਣੇ ਅੰਗਾਂ ਤੇ ਕਿਉਂ ਨਹੀਂ ਸਜਾਉਣਾ ਕੀਤੇ? ਸਿਰ ਪਰ ਧਰ ਉਠਾਏ ਕਰ ਚਾਲਾ, ਇਹਨਾਂ ਬਸਤਰਾਂ ਤੇ ਸ਼ਸਤਰਾਂ ਨੂੰ ਸਿਰ ਤੇ ਉਠਾ ਕੇ ਜਾ ਰਿਹਾ ਹੈ। ਕਿਉਂ ਨਾ ਪਹਿਰ ਭਾ ਵੀਰ ਵਿਸਾਲਾ, ਇਹਨਾਂ ਨੂੰ ਪੈਰ ਕਰਕੇ ਤੂੰ ਵੀਰ ਬਹਾਦਰ ਸੂਰਮਿਆਂ ਦੀ ਤਰ੍ਹਾਂ ਕਿਉਂ ਨਹੀਂ ਜਾ ਰਿਹਾ ਹੈ? ਰੂਪ ਚੰਦ ਕਰ ਜੋਰੇ ਉਚਾਰਾ, ਤੇ ਭਾਈ ਰੂਪੇ ਨੇ ਦੋਨੋਂ ਹੱਥ ਜੋੜ ਕੇ ਕਹਿਣਾ ਕੀਤਾ, ਮੈਂ ਦਾਸਨ ਕੋ ਦਾਸ ਵਿਚਾਰਾ। ਸੱਚੇ ਪਾਤਸ਼ਾਹ ਮਹਾਰਾਜ ਮੈਂ ਵਿਚਾਰਿਆ ਕਿ ਮੈਂ ਤੁਹਾਡੇ ਦਾਸਾਂ ਦਾ ਦਾਸ ਹਾਂ। ਤੁਸ਼ ਜੀਵ ਮਤ ਮੰਦ ਮਲੀਨਾ, ਮੈਂ ਤੁਸ਼ ਜਿਹਾ ਜੀਵ ਹਾਂ, ਮੇਰੀ ਮਤ ਜਿਹੜੀ ਬਹੁਤ ਮੈਲੀ ਹੈ। ਭਗਤ ਗਿਆਨ ਗੁਣ ਗਣ ਤੇ ਹੀਨਾ, ਮੈਂ ਭਗਤੀ ਤੇ ਗਿਆਨ ਤੋਂ ਗੁਣਾ ਤੋਂ ਸਖਣਾ ਹਾਂ। ਸਭ ਜਗ ਕਰਤਾ ਹਰਤਾ ਸੁਆਮੀ, ਤੇ ਆਪ ਸਾਰੇ ਜਗਤ ਦੇ ਕਰਤਾ ਹਰਤਾ ਹੋ। ਚਾਹੋ ਸੋ ਕਰਹੁ ਅੰਤਰ ਜਾਮੇ, ਇਹ ਦਿਲਾਂ ਦੀ ਜਾਣਨ ਵਾਲਿਆ ਸਤਿਗੁਰਾ ਤੂੰ ਜੋ ਚਾਹੇ ਕਰ ਸਕਦਾ ਹੈ। 76 72 ਜੋ ਤੁਮ ਤਨ ਕੇਰੇ, ਤੇ ਜਿਹੜੇ ਤੁਹਾਡੇ ਤਨ ਦੇ ਸ਼ਸਤਰ ਤੇ ਬਸਤਰ ਹਨ, ਸੁਖ ਸਦੋ ਪੂਜੇ ਮਾਨ ਹੈ ਮੇਰੇ। ਬਾਦਸ਼ਾਹ ਇਹ ਸੁੱਖਾਂ ਦੇ ਦੇਣ ਵਾਲੇ ਮੇਰੇ ਪੂਜਣ ਯੋਗ ਨੇ। ਬਾਦਸ਼ਾਹ ਮੈਂ ਇਹਨਾਂ ਨੂੰ ਪਹਿਰਾਂਗਾ ਨਹੀਂ, ਇਹਨਾਂ ਦੀ ਪੂਜਾ ਕਰਾਂਗਾ ਜਿਵੇਂ ਤੁਹਾਡੀ ਪੂਜਾ ਕਰੀਦੀ ਹੈ। ਮਾਲਕਾ ਇਹ ਪੂਜਣ ਯੋਗ ਹਨ। ਕਿਤੇ ਬੇਅਬਦੀ ਕਿਮ ਬਣ ਆਵੇ, ਮਾਲਕਾ ਮੈਂ ਇਹਨਾਂ ਨੂੰ ਤਨ ਤੇ ਪਹਿਰਾਂ, ਇੰਨੀ ਬੇਅਦਬੀ ਕਿਵੇਂ ਬਣ ਆਉਂਦੀ? ਮੈਂ ਇਹ ਬੇਅਦਬੀ ਨਹੀਂ ਕਰ ਸਕਦਾ ਹਾਂ। ਤੁਮ ਸਮਝਾਨ ਪੂਜ ਬੋ ਭਾਵੈ, ਮੈਂ ਤੇ ਤੁਹਾਡੇ ਸਮਾਨ ਜਾਣ ਕਰਕੇ ਇਹਦੀ ਪੂਜਾ ਪਾਉਂਦੀ ਆ ਕਿ ਪੂਜਾ ਕਰਨਾ ਕਰਾ। ਸ੍ਰੀ ਹਰਗੋਬਿੰਦ ਭਗਤ ਪਛਾਨੇ, ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆਪਣਾ ਮਹਾਨ ਭਗਤ ਪਛਾਣ ਕਰਕੇ ਸੁਨ ਪ੍ਰਸੰਨ ਹੋਏ ਬਾਕ ਬਖਾਨੇ। ਸਤਿਗੁਰੂ ਜੀ ਸੁਣ ਕੇ ਬੜੇ ਪ੍ਰਸੰਨ ਹੋਏ।
ਹੋਏ ਤੇ ਕਹਿਣ ਲੱਗੇ ਧਰਹੁ ਨ ਤੇਗ ਜੋ ਦਈ ਹਮਾਰੀ। ਕਹਿੰਦੇ ਠੀਕ ਹੈ ਭਾਈ ਰੂਪਿਆ, ਜਿਹੜੀ ਅਸੀਂ ਤੈਨੂੰ ਤੇਗ ਦਿੱਤੀ ਹੈ ਨਾ, ਠੀਕ ਇਹਨੂੰ ਧਾਰਨ ਨਾ ਕਰਨਾ ਕਰੀ। ਤਉ ਹੋਈ ਰਸਨਾ ਤੇਗ ਤੁਮਾਰੀ। ਤੇਰੀ ਰਸਨਾ ਤੇਰੀ ਜ਼ੁਬਾਨ ਜਿਹੜੀ ਹੈ ਇਹੀ ਤੇਗ ਹੋਵੇ। ਕਹਿਣ ਲੱਗੇ ਸਾਡੀ ਤੇਗ ਤੂੰ ਨਹੀਂ ਧਾਰਨ ਕਰੀ, ਆ ਤੇਰੀ ਰਸਨਾ ਤੇਰੀ ਜ਼ੁਬਾਨ ਜਿਹੜੀ ਹੈ ਇਹੀ ਤੇਗ ਹੋਵੇਗੀ। ਜਿਸ ਕੋ ਸਰਾਪੋ ਬਿਲਮ ਨਾ ਹੋਏ। ਕਹਿੰਦੇ ਇਸ ਜ਼ੁਬਾਨ ਦੇ ਨਾਲ ਜਿਹਨੂੰ ਵੀ ਤੂੰ ਵਰ ਦੇਵੇਂਗਾ ਜਾਂ ਸ਼ਰਾਪ ਦੇਵੇਂਗਾ, ਜੋ ਵੀ ਤੇਰੀ ਰਸਨਾ ਤੋਂ ਬੋਲ ਹੋਵੇਗਾ, ਪ੍ਰਾਨ ਅੰਤ ਤਤ ਛਿਨ ਹੀ ਸੋਏ। ਉਹ ਪ੍ਰਾਣਾ ਦਾ ਅੰਤ ਵੀ ਹੋ ਜਾਏਗਾ ਤੇ ਉਹ ਪ੍ਰਾਣਾ ਕਰਕੇ ਜੀ ਵੀ ਜਾਵੇਗਾ। ਭਾਵ ਕਿ ਤੇਰੇ ਇਸ ਰਸਨਾ ਦਾ ਬੋਲ ਅਟਲ ਹੋਵੇਗਾ। ਤਹ ਤੇ ਚਤਰ ਘੋਸ ਚਲ ਆਏ। ਗੁਰੂ ਪਾਤਸ਼ਾਹ ਮਹਾਰਾਜ ਨੂੰ ਭਾਈ ਰੂਪੇ ਨੂੰ ਰਹਿਮਤਾਂ ਬਖਸ਼ਿਸ਼ਾਂ ਦੇ ਕਰਕੇ ਉਤੋਂ 4 ਕੋਹ ਦੀ ਦੂਰੀ ਤੇ ਚਲੇ ਆਏ। ਸੁੰਦਰ ਧਰਨੀ ਤੈ ਦਰਸਾਏ। ਸੁੰਦਰ ਧਰਤੀ ਦੇਖਣਾ ਕੀਤੇ। ਡੇਰਾ ਕਰਤ ਭਏ ਗੁਣ ਖਾਨੀ। ਗੁਣਾਂ ਦੇ ਖਾਨ ਸਤਿਗੁਰੂ ਜੀ ਨੇ ਡੇਰਾ ਕੀਤਾ। ਰਚਹੁ ਗ੍ਰਾਮ ਹੇਠਾਂ ਕਹਿ ਬਾਨੀ। ਸਤਿਗੁਰੂ ਜੀ ਨੇ ਬਚਨ ਕੀਤਾ ਇਸ ਜਗ੍ਹਾ ਤੇ ਆਪ ਨਗਰ ਰਚਨਾ ਕਰੋ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਦੇ ਸਦਕਾ ਉਹ ਨਗਰ ਦੀ ਰਚਨਾ ਹੋਈ ਜੀ। ਗੁਰੂ ਮਾਲਕ ਨੇ ਆਪ ਇਸ ਨਗਰ ਦੀ ਮੋਹੜੀ ਕੱਢੀ, ਜੋ ਅੱਜ ਵੀ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੀ ਰਹਿਮਤ ਦੇ ਸਦਕਾ ਉਹ ਮਹਾਨ ਗੁਰੂ ਕਾ ਨਗਰ, ਗੁਰੂ ਕੇ ਪਿਆਰਿਆਂ ਦਾ ਨਗਰ ਸ਼ੋਭਾ ਪਾਉਂਦਾ ਹੈ। ਤੇ ਗਰੀਬ ਨਵਾਜ਼ ਸਤਿਗੁਰੂ ਜੀ ਨੇ ਇਹਨਾਂ ਨੂੰ ਜੋ ਬਖਸ਼ਿਸ਼ਾਂ ਤੇ ਰਹਿਮਤਾਂ ਦਿੱਤੀਆਂ, ਉਹ ਅੱਜ ਵੀ ਉਸੇ ਤਰ੍ਹਾਂ ਤਿੰਨਾਂ ਦੀ ਬੰਸ ਸੰਭਾਲਦੀ ਹੈ। ਬੜੀ ਨਿਮਰਤਾ ਭਾਵ ਦੇ ਨਾਲ ਗੁਰੂ ਮਾਲਕ ਦੇ ਪਿਆਰ ਹਿਤ ਦੇਗ ਰਚਾਉਂਦੇ ਨੇ, ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕਰਦੇ ਨੇ। ਐਸੇ ਮਹਾਨ ਗੁਰੂ ਕੇ ਪਿਆਰੇ ਉਹ ਧਨ ਨੇ, ਧਨਤਾ ਦੇ ਯੋਗ ਨੇ। ਐਸੇ ਪਿਆਰਿਆਂ ਦਾ ਮਹਾਨ ਸੰਗ, ਐਸੇ ਗੁਰਮੁਖਾਂ ਦੀ ਸੰਗਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਗੁਰੂ ਜਸ ਕਰਦੇ ਹਾਂ, ਗੁਰੂ ਜਸ ਸੁਣਦੇ ਹਾਂ, ਸਦਾ ਗੁਰੂ ਗੁਰੂ ਜਪਦੇ ਰਹੀਏ। ਗੁਰੂ ਮਾਲਕ ਸਾਰਿਆਂ ਦੀਆਂ ਹਾਜ਼ਰੀਆਂ ਪ੍ਰਵਾਨ